ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਬੱਸ ਬਾਰ ਅਰੇਂਜਮੈਂਟਸ ਜਿਹੜਾ ਸੀਗਾ ਉਹਨੂੰ ਸਟੱਡੀ ਕੀਤਾ ਸੀ, ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਬੱਸ ਬਾਰ ਦੇ ਅਰੇਂਜਮੈਂਟ ਸਟੱਡੀ ਕੀਤੇ ਸੀ। ਅੱਜ ਜਿਹੜਾ ਆਪਾਂ ਟੌਪਿਕ ਸਟਾਰਟ ਕਰਨਾ ਹੈ ਉਹਦਾ ਨਾਮ ਹੈ ਸਬ ਸਟੇਸ਼ਨ। ਸੋ ਸਵਿਚ ਗੇਅਰ ਵਾਲੇ ਚੈਪਟਰ ਦੇ ਵਿੱਚ ਹੀ ਟੌਪਿਕ ਆ ਇਹ ਆਪਣਾ। ਸਬ ਸਟੇਸ਼ਨ ਤੁਸੀਂ ਸਾਰਿਆਂ ਨੇ ਇਹ ਨਾਮ ਸੁਣਿਆ ਹੋਣਾ, ਸਬ ਸਟੇਸ਼ਨ। ਸੋ ਸਬ ਸਟੇਸ਼ਨ ਜਿਹੜਾ ਹੁੰਦਾ ਆਪਣੇ ਕੋਲ ਇੱਕ ਬਿਲਡਿੰਗ ਹੁੰਦੀ ਆ ਜਿੱਥੇ ਕੀ ਹੁੰਦਾ ਆਪਣੇ ਸਾਰੇ ਅਸੈਂਬਲੀ ਜਾਂ ਆਪਰੇਟਰਸ ਇੰਸਟਾਲ ਹੁੰਦੇ ਜਿਹੜੀ ਆਪਣੀ ਟਰਾਂਸਮਿਸ਼ਨ ਜਾਂ ਡਿਸਟ੍ਰੀਬਿਊਸ਼ਨ ਦੀ ਜਿਹੜਾ ਆ ਕੰਟਰੋਲ ਕਰਦੇ ਆ, ਇਲੈਕਟ੍ਰੀਕਲ ਪਾਵਰ ਦੀ ਟਰਾਂਸਮਿਸ਼ਨ ਡਿਸਟ੍ਰੀਬਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਸਾਰੇ ਇਕਵਿਪਮੈਂਟ ਆਪਾਂ ਜਿੱਥੇ ਲਾਏ ਹੋਣ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਆਪਣੇ ਕੋਲ ਸਬ ਸਟੇਸ਼ਨ ਹੈ। ਸੋ ਸਬ ਸਟੇਸ਼ਨ 'ਚ ਹਰ ਬੰਦੇ ਨੇ ਨਾਮ ਸੁਣਿਆ ਵੀ ਆ, ਤੁਸੀਂ ਕਈ ਵਾਰ ਕਈ ਦਾ ਅੰਦਰ ਵੀ ਜਾ ਕੇ ਦੇਖ ਕੇ ਆਏ ਹੋਣਗੇ, ਕਈਆਂ ਨੇ ਸਿਰਫ ਬਾਹਰੋਂ ਦੇਖਿਆ ਹੋਊਗਾ। ਬਟ ਸਬ ਸਟੇਸ਼ਨ, ਠੀਕ ਆ। ਸੋ ਇਹ ਕੀ ਹੁੰਦਾ, ਸਬ ਸਟੇਸ਼ਨ ਆ, ਯਾਨੀ ਕਿ ਇੱਥੇ ਕੀ ਹੁੰਦਾ ਸਪਲਾਈ ਆਉਂਦੀ ਆ ਅਤੇ ਇੱਥੋਂ ਸਬ ਸਟੇਸ਼ਨ ਤੋਂ ਅੱਗੇ ਕੀ ਆ ਅਗਲੇ ਸਟੇਸ਼ਨ 'ਤੇ ਸਪਲਾਈ ਜਿਹੜੀ ਹੁੰਦੀ ਆ ਇਹ ਜਾਂਦੀ। ਸੋ ਸਬ ਸਟੇਸ਼ਨ ਕਾਫੀ ਤਰ੍ਹਾਂ ਦੇ ਹੋ ਸਕਦੇ ਆ, ਲਾਈਕ ਸਬ ਸਟੇਸ਼ਨ 66 kV ਦਾ ਵੀ ਹੋ ਸਕਦਾ ਤੁਹਾਡੇ ਕੋਲ, ਠੀਕ ਆ। ਜਿਹੜਾ 66 kV ਦਾ, ਇੱਕ ਚੀਜ਼ ਯਾਦ ਰੱਖਿਓ ਆਪਣਾ, ਤੁਹਾਨੂੰ ਪਤਾ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੋ ਹਿੱਸਿਆਂ 'ਚ ਡਿਵਾਈਡਡ ਆ, ਇੱਕ PSPCL ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਅਤੇ ਸੈਕਿੰਡ ਹੈਗਾ PSTCL ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ। ਸੋ ਜਿਹੜਾ ਆਪਣਾ PSPCL ਆ, ਜਿੰਨੇ ਵੀ 66 kV ਤੱਕ ਦੇ ਸਬ ਸਟੇਸ਼ਨ ਆ, ਯਾਨੀ ਕਿ ਜਿੱਥੇ 66 kV ਦੀ ਸਪਲਾਈ ਆਉਂਦੀ ਆ ਉਹ PSPCL ਦੇ ਅੰਡਰ ਆਉਂਦੇ, ਯਾਨੀ ਕਿ ਪਾਵਰਕੌਮ ਦੇ ਅੰਡਰ ਆਉਂਦੇ ਆ। ਅਤੇ 66 kV ਤੋਂ ਉੱਪਰ ਦੇ ਜਿੰਨੇ ਵੀ ਸਬ ਸਟੇਸ਼ਨ ਆ, ਫਿਰ ਚਾਹੇ ਉਹ 132 kV ਦਾ ਹੋਵੇ, ਚਾਹੇ 220 kV ਦਾ ਹੋਵੇ, ਚਾਹੇ ਉਹ 400 kV ਦਾ ਹੋਵੇ, ਉਹ ਸਾਰੇ ਸਬ ਸਟੇਸ਼ਨ ਜਾਂ ਗ੍ਰਿਡ ਜਿਹੜੇ ਹੁੰਦੇ ਆ ਉਹ ਆਪਣੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦੇ ਅੰਡਰ ਆਉਂਦੇ ਆ। ਇਹ ਮੈਂ ਸਿਰਫ ਪੰਜਾਬ ਦੀ ਗੱਲ ਕਰ ਰਿਹਾ। ਸੋ ਇਹ ਚੀਜ਼ ਨੂੰ ਮਾਈਂਡ 'ਚ ਰੱਖਣਾ। ਜਿਹੜੇ ਸਬ ਸਟੇਸ਼ਨ ਆ ਤੁਹਾਨੂੰ ਦੱਸਿਆ ਮੈਂ 66 kV 132 kV 220 kV 400 kV ਜਿੰਨੀ ਉਹਨਾਂ ਦੀ ਇਨਕਮਿੰਗ ਦੀ ਵੋਲਟੇਜ ਆ ਉਸ ਹਿਸਾਬ ਨਾਲ ਆਪਾਂ ਡਿਜ਼ਾਈਨ ਕੀਤਾ ਹੁੰਦਾ। ਜੇ ਕਿਤੇ 11 kV ਦੀ ਇਨਕਮਿੰਗ ਆ ਉਹਨੂੰ ਆਪਾਂ 11 kV ਦਾ ਸਬ ਸਟੇਸ਼ਨ ਕਹਾਂਗੇ। ਇਹ ਚੀਜ਼ ਯਾਦ ਰੱਖਿਓ। ਜਿੱਥੇ ਜਿਹੜੀ ਇਨਕਮਿੰਗ ਦੀ ਸਪਲਾਈ ਆ ਉਸ ਹਿਸਾਬ ਨਾਲ ਆਪਾਂ ਡਿਜ਼ਾਈਨ ਕੀਤਾ ਹੁੰਦਾ, ਕਿਉਂਕਿ ਜਿਹੜਾ ਆਪਣਾ ਦੇਖੋ ਜੇ 66 kV ਦੇ ਸਬ ਸਟੇਸ਼ਨ ਦੀ ਗੱਲ ਕਰਾਂ ਨਾ ਮੈਂ, ਅਤੇ 66 kV ਦੇ ਸਬ ਸਟੇਸ਼ਨ ਦੇ ਉੱਪਰ ਯਾਨੀ ਕਿ ਜਿੱਥੇ 66,000 ਵੋਲਟ ਇਨਕਮਿੰਗ ਆ ਰਹੀ ਹੈ, ਉੱਥੇ ਜਿਹੜੀ ਆਊਟਗੋਇੰਗ ਨਿਕਲਦੀ ਆ ਨਾ ਉਹ ਸਬ ਸਟੇਸ਼ਨ ਤੋਂ 11 kV ਦੀ ਹੁੰਦੀ ਹੈ। ਜਿੱਦਾਂ ਆਪਣੇ ਨੋਰਮਲੀ ਜਿਹੜੇ ਸਬ ਸਟੇਸ਼ਨ ਤੋਂ ਆਪਣੇ ਘਰਾਂ ਤੱਕ ਸਪਲਾਈ ਪਹੁੰਚਦੀ ਆ, ਜਾਂ ਆਪਣੇ ਘਰਾਂ 'ਤੇ ਜਿਹੜੇ ਟਰਾਂਸਫਾਰਮਰ ਲੱਗੇ ਹੁੰਦੇ ਆ ਜਿੱਥੋਂ ਉਹ ਟਰਾਂਸਫਾਰਮਰ ਤੋਂ ਆਪਾਂ ਸਪਲਾਈ ਹੁੰਦੀ, ਉਹ ਟਰਾਂਸਫਾਰਮਰ ਤੱਕ ਜਿਹੜੀ ਸਪਲਾਈ ਆਉਂਦੀ ਹੈ ਨਾ ਉਹ 66 kV ਸਬ ਸਟੇਸ਼ਨ ਤੋਂ ਆਉਂਦੀ ਆ। ਬਟ ਉਹ 66 kV ਜਿਹੜੀ ਹੁੰਦੀ ਉਹ ਇਨਕਮਿੰਗ ਹੁੰਦੀ ਆ, ਆਊਟਗੋਇੰਗ ਜਿਹੜੀ ਹੁੰਦੀ ਅੱਗੇ 11 kV ਦੀ ਨਿਕਲਦੀ ਹੈ। ਸੋ 11 kV ਦੀ ਜਿਹੜੀ ਹੁੰਦੀ ਆ ਆਪਣੇ ਜਿਹੜਾ ਟਰਾਂਸਫਾਰਮਰ ਘਰਾਂ ਦੇ ਬਾਹਰ ਲੱਗੇ ਹੁੰਦੇ ਆ ਜਿੱਥੋਂ ਆਪਣੇ ਘਰਾਂ ਨੂੰ ਸਪਲਾਈ ਹੁੰਦੀ, ਉੱਥੇ 11 kV ਆਉਂਦੀ ਉਸ ਟਰਾਂਸਫਾਰਮਰ ਤੱਕ। ਉਹ ਟਰਾਂਸਫਾਰਮਰ ਤੋਂ ਅੱਗੇ ਆਪਾਂ ਸਟੈਪ ਡਾਊਨ ਕਰਕੇ 230 ਵੋਲਟ 'ਚ ਜਿਹੜੀ ਆ ਅੱਗੇ ਭੇਜ ਦਿੰਦੇ ਹਾਂ। ਸੋ ਇਹ ਨਾ ਆਪਾਂ ਇੱਕ ਅਰੇਂਜਮੈਂਟ ਪੜ੍ਹਿਆ ਸੀ ਲਾਸਟ ਟਾਈਮ, ਪਾਵਰ 1 ਜਿਹੜਾ ਤੁਹਾਡਾ ਸਬਜੈਕਟ ਸੀ ਉਹਦੇ ਵਿੱਚ ਪੜ੍ਹਿਆ ਸੀ। ਉਹ 'ਚ ਤੁਹਾਨੂੰ ਸਾਰਾ ਦੱਸਿਆ ਸੀ ਕਿ ਜਨਰੇਟਿੰਗ ਸਟੇਸ਼ਨ ਤੋਂ ਲੈ ਕੇ ਆਪਣੇ ਘਰ ਤੱਕ ਜਿਹੜੀ ਸਪਲਾਈ ਆਉਂਦੀ ਆ ਉਹ ਕਿੰਨੇ ਸਟੈਪਸ ਵਿੱਚ ਹੋ ਕੇ ਆਉਂਦੀ ਆ। ਜਿਵੇਂ ਸਭ ਤੋਂ ਪਹਿਲਾਂ ਜਨਰੇਟ ਜਿਹੜੀ ਕਰਦੇ ਹਾਂ 11 kV 'ਚ ਕਰਦੇ ਹਾਂ। ਇਹ ਕੰਪੀਟੀਟਿਵ ਐਗਜ਼ਾਮ 'ਚ ਵੀ ਕੁਐਸਚਨ ਪੁੱਛ ਲੈਂਦੇ ਵੀ ਜਿਹੜੀ ਜਨਰੇਸ਼ਨ ਹੁੰਦੀ ਕਿੰਨੇ kV 'ਤੇ ਹੁੰਦੀ ਹੈ। ਸੋ ਜਨਰੇਸ਼ਨ ਜਿਹੜੀ ਹੁੰਦੀ ਆ ਉਹ 11 kV 'ਤੇ ਹੁੰਦੀ ਹੈ, ਅਤੇ 11 kV ਨੂੰ ਬਾਅਦ ਵਿੱਚ ਆਪਾਂ ਕੀ ਕਰਦੇ ਹਾਂ 132 kV ਜਾਂ 220 kV ਦੇ ਵਿੱਚ ਕੀ ਆ ਆਪਾਂ ਸਟੈਪ ਅਪ ਕਰਦੇ ਹਾਂ। ਪਹਿਲੇ ਸਟੈਪ ਦੇ ਵਿੱਚ ਹਮੇਸ਼ਾ ਸਟੈਪ ਅਪ ਕਰਨਾ ਹੁੰਦਾ ਆਪਾਂ ਪਾਵਰ ਨੂੰ, ਵੋਲਟੇਜ ਨੂੰ। ਉਹ ਇਸ ਕਰਕੇ ਸਟੈਪ ਅਪ ਕਰਦੇ ਹਾਂ ਕਿਉਂਕਿ ਵੋਲਟੇਜ ਜਦੋਂ ਆਪਾਂ ਇਨਕਰੀਜ਼ ਕਰਦੇ ਹਾਂ ਕਰੰਟ ਜਿਹੜਾ ਹੁੰਦਾ ਨਾ ਉਹ ਘੱਟ ਜਾਂਦਾ। ਪ੍ਰੋਪਰਟੀ ਹੁੰਦੀ ਨਾ ਟਰਾਂਸਫਾਰਮਰ ਦੀ, ਉਹਨੇ ਪਾਵਰ ਨੂੰ ਸੇਮ ਰੱਖਣਾ ਹੁੰਦਾ। ਸੋ ਜਦੋਂ ਆਪਾਂ ਵੋਲਟੇਜ ਨੂੰ ਸਟੈਪ ਅਪ ਕਰਤਾ ਤਾਂ ਉਹਦੇ ਨਾਲ ਕੀ ਹੋਇਆ, ਜਿੱਧਰ ਵੋਲਟੇਜ ਜ਼ਿਆਦਾ ਹੋਈ ਉੱਧਰ ਕਰੰਟ ਆਟੋਮੈਟਿਕਲੀ ਕੀ ਹੋਣਾ, ਰਿਡਿਊਸ ਹੋ ਜਾਣਾ। ਸੋ ਕਰੰਟ ਰਿਡਿਊਸ ਹੋ ਗਿਆ ਤਾਂ ਉਹਦੇ ਨਾਲ ਕੀ ਆ ਤੁਹਾਡਾ ਜਿਹੜਾ ਕੰਡਕਟਰ ਦਾ ਸਾਈਜ਼ ਆਪਾਂ ਯੂਜ਼ ਕਰਨਾ ਉਹਨੂੰ ਘੱਟ ਸਾਈਜ਼ ਦਾ ਕੰਡਕਟਰ ਯੂਜ਼ ਕਰ ਸਕਦੇ, ਕਿਉਂਕਿ ਜਿੰਨਾ ਕਰੰਟ ਜ਼ਿਆਦਾ ਹੋਊਗਾ ਉਨਾ ਡਾਇਆਮੀਟਰ ਜ਼ਿਆਦਾ ਰਿਕੁਆਇਰਡ ਹੋਊਗਾ, ਜਿੰਨਾ ਕਰੰਟ ਘੱਟ ਹੋਊਗਾ ਉਨਾ ਡਾਇਆਮੀਟਰ ਘੱਟ ਰਿਕੁਆਇਰ ਹੋਊਗਾ। ਸੋ ਇਸ ਕਰਕੇ ਆਪਣੇ ਕੋਲ ਕੀ ਆ ਜਿੱਧਰ ਹਾਈ ਵੋਲਟੇਜ ਸਾਈਡ ਆ ਉੱਥੇ ਘੱਟ ਕੰਡਕਟਰ ਦੀ ਲੋੜ ਪੈਣੀ ਆ ਆਪਾਂ ਨੂੰ। ਇਸ ਕਰਕੇ ਆਪਾਂ ਕੀ ਆ ਵੋਲਟੇਜ ਨੂੰ ਹਮੇਸ਼ਾ ਹੀ ਸਟੈਪ ਅਪ ਕਰਕੇ ਟਰਾਂਸਮਿਟ ਕਰਦੇ ਹਾਂ। ਸੋ ਸਟੈਪ ਅਪ ਹੋ ਗਈ ਵੋਲਟੇਜ 132 kV ਜਾਂ 220 ਜਾਂ 400 ਵੋਲਟ, ਉਸ ਤੋਂ ਬਾਅਦ ਫਿਰ ਗ੍ਰੈਜੂਅਲੀ ਰਿਡਿਊਸ ਹੋਈ ਜਾਣੀ ਹੈ। ਲਾਈਕ 132 kV 220 kV ਸਬ ਸਟੇਸ਼ਨ 'ਤੇ ਪਹੁੰਚ ਗਈ ਸਪਲਾਈ। ਉਸ ਤੋਂ ਬਾਅਦ ਕੀ ਹੋਣਾ ਆਪਣੇ ਕੋਲ 66 kV 'ਚ ਡਾਊਨ ਹੋਣੀ ਹੈ, 66 kV ਤੋਂ ਬਾਅਦ 11 kV 'ਚ ਡਾਊਨ ਹੋਣੀ ਹੈ, 11 kV ਤੋਂ ਬਾਅਦ 230 ਜਾਂ 440 ਵੋਲਟ ਆਪਣੇ ਘਰਾਂ ਦੀ ਜਿਹੜੀ ਸਪਲਾਈ ਆਉਂਦੀ ਉੱਥੇ ਆਣੀ, ਜਾਂ ਫਿਰ ਡਾਇਰੈਕਟ 11 kV ਜਿਹੜੀ ਵੱਡੀ ਇੰਡਸਟਰੀ ਹੈ ਉਹਨੂੰ ਆਪਾਂ ਦੇ ਦੇਣੇ, ਠੀਕ ਆ। ਬਟ ਸਬ ਸਟੇਸ਼ਨ ਜਿਹੜਾ ਮੇਨ ਕੀ ਹੁੰਦਾ, ਸਬ ਸਟੇਸ਼ਨ ਦੀ ਡੈਫੀਨੇਸ਼ਨ ਦੀ ਜੇ ਗੱਲ ਕਰੀਏ, ਸਬ ਸਟੇਸ਼ਨ ਇਜ਼ ਅਸੈਂਬਲੀ ਆਫ ਆਪਰੇਟਰਸ ਵਿਚ ਇਜ਼ ਇੰਸਟਾਲ ਟੂ ਕੰਟਰੋਲ ਟਰਾਂਸਮਿਸ਼ਨ ਔਰ ਡਿਸਟ੍ਰੀਬਿਊਸ਼ਨ ਆਫ ਇਲੈਕਟ੍ਰੀਕਲ ਪਾਵਰ। ਯਾਨੀ ਕਿ ਸਬ ਸਟੇਸ਼ਨ ਇੱਕ ਅਸੈਂਬਲੀ ਹੁੰਦੀ ਆਪਰੇਟਰਸ ਦੀ ਜਿਹੜੇ ਕਿ ਇੰਸਟਾਲ ਕੀਤੇ ਹੁੰਦੇ ਆ ਇਲੈਕਟ੍ਰੀਕਲ ਪਾਵਰ ਨੂੰ ਕੰਟਰੋਲ ਕਰਨ ਵਾਸਤੇ, ਠੀਕ ਆ। ਇਲੈਕਟ੍ਰੀਕਲ ਪਾਵਰ ਨੂੰ ਜਿਹੜੀ ਵੀ ਟਰਾਂਸਮਿਸ਼ਨ ਡਿਸਟ੍ਰੀਬਿਊਸ਼ਨ ਕਰ ਰਹੇ ਇਲੈਕਟ੍ਰੀਕਲ ਪਾਵਰ ਦੀ ਆਪਾਂ ਉਹਨੂੰ ਕੰਟਰੋਲ ਕਰਨ ਵਾਸਤੇ ਕੀ ਹੁੰਦਾ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਟਰਸ ਲਗਾਏ ਹੁੰਦੇ ਆ। ਸੋ ਸਬ ਸਟੇਸ਼ਨ ਦੇ ਵਿੱਚ ਐਕਚੁਅਲ ਵਿੱਚ ਬਹੁਤ ਸਾਰੇ ਆਪਰੇਟਰਸ ਹੁੰਦੇ ਆ। ਇੰਡੋਰ ਸਬ ਸਟੇਸ਼ਨ ਜਿਹੜਾ ਆਪਣੇ ਜਿਹੜੇ ਤੁਸੀਂ ਬਿਜਲੀ ਘਰ ਜਿਹੜੇ ਹੁੰਦੇ ਆ ਆਪਣੇ ਮੋਸਟਲੀ ਇੰਡੋਰ ਹੀ ਹੁੰਦੇ ਆ, ਆਊਟਡੋਰ ਵੀ ਹੁੰਦੇ ਆ, ਉਹ ਤੁਹਾਨੂੰ ਮੈਂ ਸਾਰੀ ਅੱਗੇ ਕਰ ਦੂੰਗਾ ਐਕਸਪਲੇਨ ਚੰਗੀ ਤਰ੍ਹਾਂ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ ਆ।
ਸੋ ਮੇਨ ਜਿਹੜੇ ਫੰਕਸ਼ਨ ਹੁੰਦੇ ਆ ਸਬ ਸਟੇਸ਼ਨ ਦੇ ਉਹ ਕੀ ਹੁੰਦੇ ਆ? ਸਭ ਤੋਂ ਪਹਿਲਾਂ ਹੁੰਦਾ ਟੂ ਪਰਫਾਰਮ ਸਵਿਚਿੰਗ ਆਪਰੇਸ਼ਨ ਟੂ ਸਵਿਚ ਔਨ ਔਰ ਆਫ ਦਾ ਪਾਵਰ ਲਾਈਨ। ਸੋ ਜਿਹੜਾ ਸਬ ਸਟੇਸ਼ਨ ਹੁੰਦਾ ਨਾ, ਜਿਹੜਾ ਮੇਨ ਆਪਣਾ ਸਬ ਸਟੇਸ਼ਨ ਹੁੰਦਾ, ਜਿਹੜਾ 66 kV ਦੇ ਸਬ ਸਟੇਸ਼ਨ ਦੀ ਜੇ ਆਪਾਂ ਗੱਲ ਕਰੀਏ, ਸੋ 66 kV ਦੇ ਸਬ ਸਟੇਸ਼ਨ ਪਹਿਲਾਂ 33 kV ਦੇ ਵੀ ਹੁੰਦੇ, 33 kV ਦੇ ਬਟ ਬੰਦ ਕਰਤੇ, ਹੁਣ ਸਾਰੇ 66 kV ਦੇ ਸਬ ਸਟੇਸ਼ਨ ਆ, ਯਾਦ ਰੱਖਿਓ। ਸੋ 66 kV ਦੇ ਜਿਹੜੇ ਸਬ ਸਟੇਸ਼ਨ ਹੁੰਦੇ ਆ ਉੱਥੇ ਫੀਡਰਸ ਹੁੰਦੇ ਆ। ਉਹ ਫੀਡਰ ਜਿਹੜੇ ਜਿੱਦਾਂ ਮੰਨ ਲਓ ਇੱਕ ਫੀਡਰ ਨੂੰ ਆਪਾਂ ਜਿਹੜਾ ਆ ਕੋਈ ਵੀ ਤੁਸੀਂ ਮੰਨ ਲਓ ਮੰਡੀ ਗੋਬਿੰਦਗੜ੍ਹ ਫੀਡਰ ਲਾ ਲਓ, ਜੇ ਮੰਡੀ ਗੋਬਿੰਦਗੜ੍ਹ ਫੀਡਰ ਦਾ ਨਾਮ ਹੈ ਤਾਂ ਉੱਥੋਂ ਆਪਾਂ ਸਪਲਾਈ ਜਿਹੜੀ ਆ ਮੰਡੀ ਗੋਬਿੰਦਗੜ੍ਹ ਦੇ ਏਰੀਏ ਨੂੰ ਮੰਨ ਲਓ ਦਿੱਤੀ ਆ, ਤਾਂ ਉੱਥੋਂ ਜਦੋਂ ਆਪਾਂ ਫੀਡਰ ਨੂੰ ਔਨ ਜਾਂ ਆਫ ਕਰਾਂਗੇ ਤਾਂ ਮੰਡੀ ਗੋਬਿੰਦਗੜ੍ਹ ਏਰੀਏ ਦੀ ਜਾਂ ਉਸ ਫੀਡਰ ਨਾਲ ਜਿਹੜਾ ਵੀ ਏਰੀਆ ਅਟੈਚ ਆ ਉਹਦੀ ਸਪਲਾਈ ਜਿਹੜੀ ਆ ਬੰਦ ਹੋਊਗੀ। ਸੋ ਜੇ ਬੇਗੋਵਾਲ ਜਿੱਦਾਂ ਐਗਜ਼ਾਮਪਲ ਲੈ ਲਈਏ ਆਪਾਂ, ਤੋਂ ਇੱਕ ਸਬ ਸਟੇਸ਼ਨ 'ਤੇ ਹੋ ਸਕਦਾ ਨਾਮ ਕੁਛ ਹੋਰ ਵੀ ਹੋਵੇ, ਬਟ ਜੇ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਮੋਸਟਲੀ ਕੀ ਹੁੰਦਾ ਜਿਸ ਜਿਹੜੇ ਏਰੀਏ ਨੂੰ ਸਪਲਾਈ ਦਿੱਤੇ ਹੋਵੇ ਉਸੇ ਨਾਮ ਦਾ ਫੀਡਰ ਜਿਹੜਾ ਹੁੰਦਾ। ਸੋ ਬੇਗੋਵਾਲ ਦਾ ਜਿਹੜਾ ਏਰੀਆ ਆਪਣਾ ਬੇਗੋਵਾਲ ਦੇ ਨਾਮ ਦਾ ਹੀ ਉੱਥੇ ਮੰਨ ਲਓ ਇੱਕ ਫੀਡਰ ਆ। ਸੋ ਜੇ ਮੈਂ ਉੱਥੇ ਸਪਲਾਈ ਬੰਦ ਕਰੂੰਗਾ ਤਾਂ ਉਹ ਬੇਗੋਵਾਲ ਦੀ ਸਪਲਾਈ ਜਿਹੜੀ ਔਨ ਜਾਂ ਆਫ ਹੋਊਗੀ ਰਿਸਪੈਕਟਿਵਲੀ। ਸੋ ਸਵਿਚਿੰਗ ਆਪਰੇਸ਼ਨ ਪਰਫਾਰਮ ਕਰਦੇ। ਸੈਕਿੰਡ ਟੂ ਪਰਫਾਰਮ ਵੋਲਟੇਜ ਟਰਾਂਸਫੋਰਮੇਸ਼ਨ ਟੂ ਸਟੈਪ ਅਪ ਔਰ ਸਟੈਪ ਡਾਊਨ ਦਾ ਵੋਲਟੇਜ। ਸੈਕਿੰਡ ਆਪਾਂ ਕੀ ਕਰਦੇ ਹਾਂ ਸਬ ਸਟੇਸ਼ਨ 'ਤੇ ਜਿਹੜੀ ਵੋਲਟੇਜ ਹੁੰਦੀ ਉਹਨੂੰ ਸਟੈਪ ਅਪ ਜਾਂ ਸਟੈਪ ਡਾਊਨ ਵੀ ਕਰਦੇ ਹਾਂ, ਕਿਹਦੇ ਥਰੂ? ਟਰਾਂਸਫਾਰਮਰ ਜਾਂ ਪਾਵਰ ਟਰਾਂਸਫਾਰਮਰ ਲਗਾ ਕੇ ਵੋਲਟੇਜ ਨੂੰ ਆਪਾਂ ਕੀ ਕਰਦੇ ਹਾਂ ਅਪ ਜਾਂ ਡਾਊਨ ਕਰਦੇ ਹਾਂ। ਥਰਡ ਕੰਮ ਕੀ ਆ? ਪਾਵਰ ਫੈਕਟਰ ਕਰੈਕਸ਼ਨ। ਸੋ ਸਬ ਸਟੇਸ਼ਨ 'ਤੇ ਆਪਾਂ ਕੀ ਕਰਦੇ ਹਾਂ ਕੈਪੈਸਿਟਰ ਬੈਂਕਸ ਲਗਾਏ ਹੁੰਦੇ ਆ, ਜਿਨ੍ਹਾਂ ਨਾਲ ਕੀ ਹੁੰਦਾ ਆਪਣਾ ਪਾਵਰ ਫੈਕਟਰ ਵੀ ਹੁੰਦਾ ਜਿਹੜਾ ਇੰਪਰੂਵ ਹੋ ਜਾਂਦਾ ਹੈ। ਨੈਕਸਟ ਆਉਂਦਾ ਕਲਾਸੀਫਿਕੇਸ਼ਨ ਆਫ ਸਬ ਸਟੇਸ਼ਨ। ਸੋ ਸਬ ਸਟੇਸ਼ਨ ਦੀ ਕਲਾਸੀਫਿਕੇਸ਼ਨ ਜਿਹੜੀ ਆ ਇਹ ਆਪਾਂ ਲਾਸਟ ਟਾਈਮ ਵੀ ਸਟੱਡੀ ਕੀਤੀ ਹੈ ਪਾਵਰ 1 ਦੇ ਵਿੱਚ, ਤੁਸੀਂ ਨੋਟਸ ਵੀ ਬਣਾਏ ਹੋਣੇ ਆ ਉਸ ਚੀਜ਼ ਦੇ, ਠੀਕ ਆ? ਉਹਨੂੰ ਇੱਕ ਵਾਰ ਦੁਬਾਰਾ ਸਟੱਡੀ ਕਰ ਲਿਓ ਤੁਸੀਂ ਖੁਦ ਵੀ, ਅਤੇ ਤੁਹਾਨੂੰ ਦੁਬਾਰਾ ਇੱਕ ਵਾਰ ਮੈਂ ਦੱਸ ਵੀ ਦਿੰਦਾ। ਸੋ ਕਲਾਸੀਫਿਕੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਡੋਰ ਸਬ ਸਟੇਸ਼ਨ ਦੇ, ਇੱਕ ਆਊਟਡੋਰ ਸਬ ਸਟੇਸ਼ਨ ਹੁੰਦੇ। ਜਿਹੜੇ ਤਾਂ 66 kV ਜਾਂ 66 kV ਤੋਂ ਉੱਪਰਲੇ ਸਬ ਸਟੇਸ਼ਨ ਆ ਜਾਂਦੇ, ਯਾਦ ਰੱਖਿਓ 66 kV ਜਾਂ ਇਸ ਤੋਂ ਉੱਪਰ ਵਾਲੇ ਜਿਹੜੇ ਸਬ ਸਟੇਸ਼ਨ ਉਹ ਸਾਰੇ ਕੀ ਹੁੰਦੇ ਆ? ਇੰਡੋਰ ਸਬ ਸਟੇਸ਼ਨਸ ਹੁੰਦੇ ਆ। ਯਾਨੀ ਕਿ ਉਹਦੇ ਵਿੱਚ ਜਿੰਨੇ ਵੀ ਆਪਣੇ ਕੰਟਰੋਲਿੰਗ ਆਪਰੇਟਰਸ, ਅਸੈਂਬਲੀ, ਫੀਡਰ, ਸਰਕਟ ਬ੍ਰੇਕਰ, ਬੈਟਰੀ ਬੈਂਕ ਜਾਂ ਪਾਵਰ ਫੈਕਟਰ ਕਰੈਕਸ਼ਨ ਵਾਸਤੇ ਜੋ ਵੀ ਆਪਾਂ ਚੀਜ਼ ਲਾਈ ਹੋਈ ਆ ਉਹ ਇੱਕ ਚਾਰ ਦੀਵਾਰੀ ਦੇ ਵਿੱਚ ਆਪਾਂ ਰੱਖੀ ਹੋਊਗੀ, ਠੀਕ ਆ? ਸੋ ਜਦੋਂ ਵੀ ਆਪਾਂ ਆਪਣੇ ਆਪਰੇਟਰਸ ਜਾਂ ਅਸੈਂਬਲੀ ਜਿਹੜੀ ਆ ਉਹਨਾਂ ਨੂੰ ਚਾਰ ਦੀਵਾਰੀ ਦੇ ਵਿੱਚ ਰੱਖਿਆ ਤਾਂ ਉਹ ਕੀ ਹੋਊਗਾ? ਮੇਰਾ ਇੰਡੋਰ ਸਬ ਸਟੇਸ਼ਨ ਹੋਊਗਾ। ਸੈਕਿੰਡ ਮੇਰੇ ਕੋਲ ਆ ਜਾਂਦਾ ਆਊਟਡੋਰ ਸਬ ਸਟੇਸ਼ਨ। ਆਊਟਡੋਰ ਸਬ ਸਟੇਸ਼ਨ ਨੂੰ ਨਾਮ ਤੋਂ ਪਤਾ ਲੱਗਦਾ ਆਊਟਡੋਰ, ਯਾਨੀ ਕਿ ਜਿਹੜੇ ਵਿੱਚ ਆਪਾਂ ਜਿੰਨੇ ਵੀ ਆਪਰੇਟਰਸ ਦਾ ਅਸੈਂਬਲੀ ਜਿਹੜੀ ਆ ਆਪਾਂ ਚਾਰ ਦੀਵਾਰੀ ਤੋਂ ਬਾਹਰ ਰੱਖੀ ਹੋਊਗੀ ਉਹਨੂੰ ਆਪਾਂ ਕੀ ਕਹਾਂਗੇ ਕਿ ਆਊਟਡੋਰ ਸਬ ਸਟੇਸ਼ਨ ਆ। ਸੋ ਆਊਟਡੋਰ ਸਬ ਸਟੇਸ਼ਨ ਵੀ ਦੋ ਤਰ੍ਹਾਂ ਦੇ ਹੁੰਦੇ ਆ, ਪੋਲ ਮਾਊਂਟਡ ਸਬ ਸਟੇਸ਼ਨ ਅਤੇ ਫਾਊਂਡੇਸ਼ਨ ਮਾਊਂਟਡ ਸਬ ਸਟੇਸ਼ਨ। ਸੋ ਸਭ ਤੋਂ ਪਹਿਲਾਂ ਆਪਾਂ ਪੋਲ ਮਾਊਂਟਡ ਸਬ ਸਟੇਸ਼ਨ ਨੂੰ ਸਟੱਡੀ ਕਰਦੇ ਹਾਂ, ਜਿਹੜਾ ਇੰਪੋਰਟੈਂਟ ਵੀ ਆ। ਇਹ ਲਾਸਟ ਟਾਈਮ ਵੀ ਸਟੱਡੀ ਕੀਤਾ ਸੀ, ਇਹਨੂੰ ਆਪਾਂ ਫਿਰ ਦੁਬਾਰਾ ਤੋਂ ਹੁਣ ਸਟੱਡੀ ਕਰਨ ਲੱਗੇ ਹਾਂ। ਸੋ ਨੋਟਸ ਤੁਸੀਂ ਬਣਾਏ ਵੀ ਹੋਣਗੇ, ਬਟ ਫਿਰ ਵੀ ਇੱਕ ਵਾਰ ਦੁਬਾਰਾ ਕਾਪੀ ਕਰ ਲਿਓ ਉੱਥੋਂ, ਜਾਂ ਫਿਰ ਦੁਬਾਰਾ ਆਪਣੇ ਨੋਟਸ ਬਣਾ ਲਿਓ, ਤੁਹਾਨੂੰ ਫਿਰ ਦੁਬਾਰਾ ਦੱਸ ਦਿੰਦੇ ਹਾਂ। ਸੋ ਆਹ ਦੇਖੋ, ਆਹ ਇੱਕ ਨਾ ਡਾਇਗਰਾਮ ਆ। ਸੋ ਪੋਲ ਮਾਊਂਟਡ ਸਬ ਸਟੇਸ਼ਨ ਜਿਹੜਾ ਹੁੰਦਾ ਆ, ਈਜ਼ੀਲੀ ਲੈਂਗੁਏਜ 'ਚ ਦੱਸਾਂ, ਜਿਹੜੇ ਟਰਾਂਸਫਾਰਮਰ ਤੋਂ ਤੁਹਾਡੇ ਘਰ ਨੂੰ ਸਪਲਾਈ ਆਉਂਦੀ ਨਾ, ਦੋ ਪੋਲ ਦੇ ਵਿੱਚ ਜਿਹੜਾ ਟਰਾਂਸਫਾਰਮਰ ਲੱਗਾ ਹੁੰਦਾ ਬਾਹਰ ਹੀ, ਉਹ ਜਿਹੜਾ ਹੁੰਦਾ ਤੁਹਾਡਾ ਪੋਲ ਮਾਊਂਟਡ ਸਬ ਸਟੇਸ਼ਨ ਹੁੰਦਾ। ਸੋ ਆਪਣਾ ਕਾਲਜ ਆ, ਤੁਹਾਨੂੰ ਮੈਂ ਦਿਖਾਇਆ ਵੀ ਕਈ ਵਾਰ ਉੱਥੇ ਲਿਜਾ ਕੇ ਖੁਦ, ਕਿ ਪ੍ਰੈਕਟੀਕਲੀ ਤੁਹਾਨੂੰ ਦਿਖਾਇਆ ਸਾਰਾ ਵੀ ਉਹ ਜਿਹੜਾ ਦੋ ਪੋਲ ਦੇ ਵਿੱਚ ਟਰਾਂਸਫਾਰਮਰ ਲੱਗਾ ਆਪਣੇ ਇੱਕ, ਜਿੱਥੋਂ ਆਪਣੇ ਕਾਲਜ ਨੂੰ ਸਪਲਾਈ ਆਉਂਦੀ, ਉਹਦਾ ਸਾਰਾ ਡਿਟੇਲ ਉੱਥੇ ਵੀ ਸਮਝਾਈ ਸੀ ਤੁਹਾਨੂੰ। ਸੋ ਉਹ ਜਿਹੜਾ ਹੁੰਦਾ ਉਹ ਆਪਣੇ ਕੋਲ ਆਊਟਡੋਰ ਸਬ ਸਟੇਸ਼ਨ ਦੀ ਟਾਈਪ ਹੁੰਦੀ ਹੈ, ਅਤੇ ਪੋਲ ਮਾਊਂਟਡ ਸਬ ਸਟੇਸ਼ਨ ਹੁੰਦਾ ਉਹ, ਕਿਉਂਕਿ ਪੋਲ ਦੇ ਉੱਪਰ ਲੱਗਾ ਹੁੰਦਾ। ਦੇਖੋ ਪੋਲ ਮਾਊਂਟਡ ਯਾਨੀ ਕਿ ਪੋਲ ਦੇ ਉੱਪਰ ਮਾਊਂਟ ਕੀਤਾ ਹੋਏ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਪੋਲ ਮਾਊਂਟਡ ਸਬ ਸਟੇਸ਼ਨ। ਤੁਸੀਂ ਹਰ ਗਲੀ ਮਹੱਲੇ ਦੇ ਬਾਹਰ ਜਿਹੜੇ ਟਰਾਂਸਫਾਰਮਰ ਆਪਣੇ ਲੱਗੇ ਹੁੰਦੇ ਉਹ ਸਾਰੇ ਪੋਲ ਮਾਊਂਟਡ ਸਬ ਸਟੇਸ਼ਨ ਹੀ ਹੁੰਦੇ ਆ। ਸੋ ਆਹ ਦੇਖੋ ਦੋ ਪੋਲ ਲੱਗੇ ਹੋਏ ਆ, ਠੀਕ ਆ? ਇਹ 11 ਮੀਟਰ ਦੇ ਮੋਸਟਲੀ ਜੇ ਟਰਾਂਸਫਾਰਮਰ ਜਿੱਥੇ ਲੱਗਣਾ ਉੱਥੇ 11 ਮੀਟਰ ਦੇ ਪੋਲ ਆਪਾਂ ਯੂਜ਼ ਕਰਦੇ ਹਾਂ। ਸੋ 11 ਮੀਟਰ ਦੇ RCC ਦੇ ਪੋਲ ਹੁੰਦੇ ਆ, ਯਾਨੀ ਕਿ ਰੀਇਨਫੋਰਸ ਸੀਮੈਂਟ ਕੰਕਰੀਟ ਦੇ ਪੋਲ ਹੁੰਦੇ ਆ, ਜਿਨ੍ਹਾਂ ਦੇ ਵਿੱਚ ਆ ਦੇਖੋ ਆਪਾਂ ਕੀ ਕੀਤਾ, ਲੋਹੇ ਦਾ ਆਇਰਨ ਚੈਨਲ ਲਗਾ ਕੇ ਅਤੇ ਆਪਾਂ ਕੀ ਕੀਤਾ ਇੱਥੇ ਟਰਾਂਸਫਾਰਮਰ ਨੂੰ ਜਿਹੜਾ ਰੱਖਿਆ ਹੋਇਆ। ਉੱਪਰੋਂ ਸਟਾਰਟ ਕਰਦੇ ਹਾਂ। ਸਭ ਤੋਂ ਉੱਪਰ ਜਿਹੜਾ ਟੌਪ ਦੇ ਉੱਪਰ ਆ 3 ਇੰਸੂਲੇਟਰ ਲੱਗੇ ਆਪਾਂ ਨੂੰ ਦੇਖਦੇ ਹਾਂ, ਅਤੇ ਬਰਾਊਨ ਕਲਰ ਦੇ ਹੁੰਦੇ ਆ, ਮੋਸਟਲੀ ਅੱਜ ਕੱਲ੍ਹ ਨਹੀਂ ਯੂਜ਼ ਕਰਦੇ, ਕਈ ਜਗ੍ਹਾ 'ਤੇ ਯੂਜ਼ ਕਰਦੇ ਵੀ ਆ। 200 kV ਦੇ ਟਰਾਂਸਫਾਰਮਰ 'ਤੇ ਮੋਸਟਲੀ ਜਿਹੜੇ ਨਵੇਂ ਲੱਗਦੇ ਆ, ਜਾਂ L&T ਨੇ ਮੋਸਟਲੀ ਆਪਣੇ ਕੰਮ ਕੀਤਾ, ਨਵੇਂ ਟਰਾਂਸਫਾਰਮਰ ਰੱਖਿਆ, ਉਹਨਾਂ ਦੇ ਉੱਪਰ ਇਹ ਚੀਜ਼ ਲੱਗੀ ਹੋਈ ਆ। ਪੁਰਾਣੇ ਜਿਹੜੇ ਟਰਾਂਸਫਾਰਮਰ ਉਹਨਾਂ ਦੇ ਉੱਪਰ ਨਹੀਂ ਇਹ ਚੀਜ਼ ਲੱਗੀ ਹੋਈ, ਜਿਹੜੇ ਪਹਿਲਾਂ ਦੇ ਰੱਖੇ ਹੋਏ ਆ। ਹੁਣ ਤਾਂ ਇਹ ਚੀਜ਼ਾਂ ਕੰਪਲਸਰੀ ਕਰ ਦਿੱਤੀਆਂ। ਸੋ ਇਹ ਲਾਈਟਨਿੰਗ ਅਰੈਸਟਰ ਹੁੰਦੇ। ਲਾਈਟਨਿੰਗ ਅਰੈਸਟਰ ਦਾ ਕੰਮ ਕੀ ਹੁੰਦਾ? ਲਾਈਟਨਿੰਗ ਨੂੰ ਅਰੈਸਟ ਕਰਨਾ, ਯਾਨੀ ਕਿ ਜਿਹੜੀ ਲਾਈਟਨਿੰਗ ਆ ਉਹ ਟਰਾਂਸਫਾਰਮਰ 'ਤੇ ਡਿੱਗੂਗੀ ਤਾਂ ਟਰਾਂਸਫਾਰਮਰ ਨੂੰ ਨੁਕਸਾਨ ਹੋਊਗਾ, ਬਟ ਉੱਥੇ ਜੇ ਮੇਰੇ ਕੋਲ ਲਾਈਟਨਿੰਗ ਅਰੈਸਟਰ ਹੋਣਗੇ ਤਾਂ ਲਾਈਟਨਿੰਗ ਅਰੈਸਟਰ ਦੇ ਉੱਪਰ ਸਪਲਾਈ ਜਿਹੜੀ ਆ ਉਹ ਸਿੱਧੀ ਅਰਥ ਦੇ ਵਿੱਚ ਜਾਊਗੀ, ਠੀਕ ਹੈ? ਸੋ ਇਸ ਕਰਕੇ ਲਾਈਟਨਿੰਗ ਅਰੈਸਟਰ ਲਗਾਏ ਹੁੰਦੇ ਆ। ਉਸ ਤੋਂ ਬਾਅਦ 'ਚ ਮੇਰੇ ਕੋਲ ਆਇਆ ਪਿਨ ਇੰਸੂਲੇਟਰ ਲੱਗੇ ਹੁੰਦੇ ਆ, ਜਿਹੜੇ ਕਿ ਪੋਲ ਤੋਂ ਥੋੜ੍ਹਾ ਜਿਹਾ ਕੀ ਕਰਦੇ ਆ, ਗੈਪ ਬਣਾ ਕੇ ਰੱਖਦੇ ਆ ਕੰਡਕਟਰ ਦਾ, ਕਿਉਂਕਿ 11 kV ਆਉਂਦੀ ਨਾ ਉੱਪਰੋਂ। ਸੋ ਆਹ ਇੱਥੋਂ 11 kV ਦੀ ਸਪਲਾਈ ਆ, 11 kV ਦੀ ਸਪਲਾਈ ਆ ਗਈ। ਉਸ ਤੋਂ ਬਾਅਦ 'ਚ ਮੇਰੇ ਕੋਲ ਫਿਊਜ਼ ਆ ਜਾਂਦਾ 11 kV ਦਾ, ਠੀਕ ਆ? ਬਹੁਤ ਬਰੀਕ ਫਿਊਜ਼ ਹੁੰਦਾ। ਬਰੀਕ ਇਸ ਕਿਉਂ ਹੁੰਦਾ ਬਰੀਕ?
ਬਰੀਕ ਇਸ ਕਰਕੇ ਹੁੰਦਾ ਕਿਉਂਕਿ ਦੇਖੋ ਇੱਥੇ 11 kV ਦੀ ਆ ਨਾ, 11000 ਵੋਲਟ ਆ। ਸੋ 11000 ਵੋਲਟ ਆ ਤਾਂ ਕਰੰਟ ਵੀ ਉਸੇ ਅਕੋਰਡਿੰਗ ਰਿਡਿਊਸ ਹੋਣਾ, ਠੀਕ ਹੈ। ਤੁਹਾਨੂੰ ਦੱਸਿਆ ਨਾ ਜਿੱਥੇ ਵੋਲਟੇਜ ਜ਼ਿਆਦਾ ਉੱਥੇ ਕਰੰਟ ਘੱਟ ਹੋਊਗਾ। ਸੋ ਇੱਥੇ ਕਰੰਟ ਘੱਟ ਹੁੰਦਾ, ਇਸ ਕਰਕੇ ਫਿਊਜ਼ ਆਪਾਂ ਬਰੀਕ ਵੀ ਲਾ ਦਈਏ ਤਾਂ ਵੀ ਆਪਣਾ ਕੰਮ ਜਿਹੜਾ ਹੁੰਦਾ ਚੱਲ ਜਾਂਦਾ। ਤੁਸੀਂ ਕਦੇ ਵੀ ਦੇਖ ਲਿਓ ਜਿੱਥੇ ਵੀ ਤੁਹਾਡੇ ਸਬਸਟੇਸ਼ਨ ਜਿਹੜੇ ਆਹ ਟਰਾਂਸਫਾਰਮਰ ਲੱਗੇ ਹੋਣਗੇ ਉੱਥੇ ਜਿਹੜਾ ਫਿਊਜ਼ ਲੱਗਾ ਹੋਊਗਾ ਬਿਲਕੁਲ ਬਰੀਕ ਤਾਰ ਦਾ ਲੱਗਾ ਹੋਊਗਾ। ਉਹੀ ਜਿਹੜੀ ਤੁਹਾਡੀ LT ਵਾਲੀ ਸਾਈਡ ਹੁੰਦੀ ਆ, LT ਵਾਲੀ ਯਾਨੀ ਕਿ ਲੋ ਟੈਂਸ਼ਨ ਸਾਈਡ, ਉੱਥੇ ਕੀ ਹੋਊਗਾ, ਉੱਥੇ ਫਿਊਜ਼ ਮੋਟਾ ਲੱਗਾ ਹੋਊਗਾ। ਕਿਉਂ ਮੋਟਾ ਲੱਗਾ ਹੋਊਗਾ ਫਿਊਜ਼? ਕਿਉਂਕਿ ਉੱਥੇ ਵੋਲਟੇਜ ਘੱਟ ਗਈ ਆ। ਹੁਣ ਜੇ ਵੋਲਟੇਜ ਘਟੀ ਆ ਤਾਂ ਕਰੰਟ ਵੀ ਤਾਂ ਵਧਣਾ ਹੀ ਆ, ਕਿਉਂਕਿ ਟਰਾਂਸਫਾਰਮਰ ਦੀ ਇਹ ਪ੍ਰੋਪਰਟੀ ਹੁੰਦੀ ਹੈ ਕਿ ਇਹਨੇ ਪਾਵਰ ਨੂੰ ਸੇਮ ਰੱਖਣਾ ਹੁੰਦਾ, ਅਤੇ ਪਾਵਰ ਕਿਹਦਾ ਮਲਟੀਪਲੀਕੇਸ਼ਨ ਹੁੰਦੀ ਹੈ, ਵੋਲਟੇਜ ਦਾ ਅਤੇ ਕਰੰਟ ਦਾ। ਸੋ ਇਸ ਕਰਕੇ ਇੱਥੇ ਜੇ ਵੋਲਟੇਜ ਘੱਟ ਆ ਤਾਂ ਕਰੰਟ ਜਿਹੜਾ ਵਧਣਾ ਜ਼ਿਆਦਾ ਹੋਊਗਾ, ਇਸ ਕਰਕੇ ਫਿਊਜ਼ ਮੋਟਾ ਲਗਾਉਂਦੇ ਆ। ਬਟ 11 kV ਵਾਲੀ ਸਾਈਡ 'ਤੇ ਵੋਲਟੇਜ ਜ਼ਿਆਦਾ ਹੋਊਗੀ ਬਟ ਕਰੰਟ ਘੱਟ ਹੋਊਗਾ। ਕਰੰਟ ਘੱਟ ਹੋਣ ਕਰਕੇ ਇੱਥੇ ਫਿਊਜ਼ ਜਿਹੜਾ ਲਾਵਾਂਗੇ ਆਪਾਂ ਬਰੀਕ ਲਾਵਾਂਗੇ, ਠੀਕ ਹੈ। ਉਸ ਤੋਂ ਬਾਅਦ 'ਚ ਫਿਊਜ਼ ਤੋਂ ਥੱਲੇ ਆ ਜਾਂਦਾ ਆਪਣੇ ਕੋਲ ਆਈਸੋਲੇਟਰ। ਸੋ ਮੋਸਟਲੀ ਜਿਹੜਾ ਨਾ ਆਈਸੋਲੇਟਰ ਥੱਲੇ ਲੱਗਾ ਹੋਇਆ ਇਹਨੂੰ ਜੀਓ ਸਵਿੱਚ ਵੀ ਕਹਿ ਦਿੰਦੇ ਆ। ਤੁਹਾਨੂੰ ਮੈਂ ਕਾਪੀਜ਼ ਦੇ ਉੱਪਰ ਜਿਹੜਾ ਲਿਖਾਇਆ ਹੋਊਗਾ ਜੀਓ ਸਵਿੱਚ ਲਗਾਇਆ ਹੋਣਾ। ਸੋ ਇਹ ਫਿਊਜ਼ ਤੋਂ ਉੱਪਰ ਹੀ ਵੈਸੇ ਤਾਂ ਲਗਾਉਂਦੇ ਹੁੰਦੇ ਆ, ਇੱਥੇ ਦੇ ਡਾਇਗਰਾਮ 'ਚ ਥੱਲੇ ਸ਼ੋ ਕੀਤਾ, ਬਟ ਆਪਣੇ ਜਿੰਨੇ ਵੀ ਤੁਸੀਂ ਪ੍ਰੈਕਟੀਕਲੀ ਦੇਖ ਲਿਓ ਇਹ ਜਿਹੜਾ ਆਈਸੋਲੇਟਰ ਹੁੰਦਾ ਜਾਂ ਇਹਨੂੰ ਜੀਓ ਸਵਿੱਚ ਕਹਿ ਦਿੰਦੇ ਆ। ਉਹਦਾ ਹੈਂਡਲ ਹੁੰਦਾ ਆਈਸੋਲੇਟਰ ਦਾ ਜੀਓ ਸਵਿੱਚ ਦਾ। ਜੀਓ ਇਸ ਕਰਕੇ ਕਹਿ ਦਿੰਦੇ ਕਿ GO ਦਾ ਮਤਲਬ ਹੁੰਦਾ ਗੈਂਗ ਆਪਰੇਟਡ। ਪਹਿਲਾਂ ਸਵਿੱਚ ਭਾਰੇ ਹੁੰਦੇ ਸੀ ਨਾ, ਸੋ 2 ਬੰਦੇ ਆਪਰੇਟ ਕਰਦੇ ਸੀ, ਇਸ ਕਰਕੇ ਉਹਨੂੰ ਗੈਂਗ ਆਪਰੇਟਡ ਕਹਿ ਦਿੰਦੇ ਸੀ, ਬਟ ਇਹਨੂੰ ਜੀਓ ਸਵਿੱਚ ਕਹਿੰਦੇ ਆ। ਆਈਸੋਲੇਟਰ ਕਹਿ ਲਓ ਜਾਂ ਜੀਓ ਸਵਿੱਚ ਕਹਿ ਲਓ। ਇਹ ਕੀ ਹੁੰਦਾ, ਫਿਊਜ਼ ਦੇ ਉੱਪਰਲੇ ਪਾਸੇ ਲੱਗੇ ਹੁੰਦੇ ਆ ਤਾਂ ਕਿ ਜੇ ਮੰਨ ਲਓ ਮੇਰਾ ਫਿਊਜ਼ ਉੱਡ ਜਾਵੇ ਤਾਂ ਮੈਨੂੰ ਪਿੱਛੋਂ ਸਾਰੀ ਸਪਲਾਈ ਨਾ ਬੰਦ ਕਰਨੀ ਪਵੇ, ਮੈਂ ਫਿਊਜ਼ ਨੂੰ ਜੀਓ ਸਵਿੱਚ ਨੂੰ ਕੱਟ ਕੇ ਤਾਂ ਆਪਣਾ ਫਿਊਜ਼ ਲਗਾ ਸਕਾਂ। ਸੋ ਇਸ ਕਰਕੇ ਇਹਨੂੰ ਨਾ ਥੋੜ੍ਹਾ ਜਿਹਾ ਕਰੈਕਸ਼ਨ ਕਰ ਲਿਓ, ਜਿਹੜੀ ਆਈਸੋਲੇਸ਼ਨ ਸਵਿੱਚ ਆ ਇਹਨੂੰ ਫਿਊਜ਼ ਦੇ ਉੱਪਰ ਹੀ ਲਗਾਈਓ ਤੁਸੀਂ, ਕਿਉਂਕਿ ਇਹ ਪ੍ਰੈਕਟੀਕਲੀ ਵੀ ਜੇ ਆਪਾਂ ਦੇਖੀਏ ਨਾ, ਜੇ ਪ੍ਰੈਕਟੀਕਲੀ ਵੀ ਦੇਖੀਏ ਤਾਂ ਆਈਸੋਲੇਟਰ ਜਾਂ ਆਈਸੋਲੇਸ਼ਨ ਸਵਿੱਚ ਜਾਂ ਜੀਓ ਸਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹ ਸਾਰੇ ਜਿਹੜੇ ਹੁੰਦੇ ਆ ਫਿਊਜ਼ ਦੇ ਉੱਪਰ ਹੀ ਕਨੈਕਟਡ ਹੁੰਦੇ ਆ। ਸੋ ਇਸ ਕਰਕੇ ਤੁਸੀਂ ਜਿਹੜੇ ਆਹ ਵਾਲੀ ਚੀਜ਼ ਆ ਇਹਨੂੰ ਕੀ ਕਰਨਾ, ਇੱਥੇ ਡਰਾਅ ਕਰਿਓ ਉੱਪਰ। ਸੇਮ ਸਿੰਗਲ ਲਾਈਨ ਡਾਇਗਰਾਮ ਦੇ ਵਿੱਚ ਵੀ ਇਹਨੂੰ ਕੀ ਕਰਨਾ, ਤੁਸੀਂ ਫਿਊਜ਼ ਦੇ ਉੱਪਰ ਡਰਾਅ ਕਰਨਾ, ਨਾ ਕਿ ਇਹਨੂੰ ਥੱਲੇ ਡਰਾਅ ਕਰਨਾ, ਠੀਕ ਹੈ। ਇਹ ਮੈਂ ਖੁਦ ਇਸੇ ਕਰਕੇ ਜਿਹੜਾ ਆ ਖੁਦ ਬਣਾਇਆ ਹੋਇਆ ਸੀਗਾ ਮੈਂ ਤਾਂ ਸਿੰਗਲ ਲਾਈਨ ਡਾਇਗਰਾਮ, ਬਟ ਮੋਸਟਲੀ ਬੱਚੇ ਕੀ ਆ ਇੰਟਰਨੈਟ ਤੋਂ ਪੜ੍ਹਦੇ ਆ ਅਤੇ ਇੰਟਰਨੈਟ 'ਤੇ ਕਈ ਵਾਰ ਕੀ ਹੁੰਦਾ ਮਿਸਟੇਕਸ ਵੀ ਹੁੰਦੀਆਂ। ਸੋ ਇਸ ਕਰਕੇ ਮੈਂ ਡਾਇਗਰਾਮ ਖੁਦ ਪੇਸ਼ ਕਰਕੇ ਤੁਹਾਨੂੰ ਦੱਸਿਆ ਮਿਸਟੇਕ ਕਿ ਇੱਥੇ ਤੁਸੀਂ ਜੇ ਵੈਸੇ ਇੱਦਾਂ ਵੀ ਕਰ ਲਓਗੇ ਤਾਂ ਵੀ ਕੋਈ ਪ੍ਰੋਬਲਮ, ਬਟ ਪ੍ਰੈਕਟੀਕਲੀ ਜੇ ਆਪਾਂ ਚੱਲੀਏ ਤਾਂ ਜਿਹੜਾ ਆਈਸੋਲੇਟਿੰਗ ਸਵਿੱਚ ਆ ਇਹ ਕੀ ਹੁੰਦਾ, ਇਹ ਉੱਪਰਲੀ ਸਾਈਡ 'ਤੇ ਲੱਗਾ ਹੁੰਦਾ ਫਿਊਜ਼ ਤੋਂ ਉੱਪਰ। ਇਸ ਕਰਕੇ ਤੁਸੀਂ ਜੇ ਪ੍ਰੈਕਟੀਕਲੀ ਚਲਾਉਣਾ ਤਾਂ ਉੱਪਰ ਹੀ ਜਿਹੜਾ ਆਈਸੋਲੇਟਿੰਗ ਸਵਿੱਚ ਹੋਣਾ। ਤੁਸੀਂ ਪ੍ਰੈਕਟੀਕਲ ਦੇਖ ਵੀ ਲਈਓ, ਚਾਹੇ ਜਿੰਨੇ ਵੀ ਜੀਓ ਸਵਿੱਚ ਲੱਗੇ ਹੋਣਗੇ ਹਮੇਸ਼ਾ ਉੱਪਰ ਲੱਗੇ ਹੋਣ, ਕਿਉਂਕਿ ਦੇਖੋ ਨਾ ਇਸ ਕੰਡੀਸ਼ਨ ਦੇ ਵਿੱਚੋਂ ਜੇ ਮੰਨ ਲਓ ਫਿਊਜ਼ ਮੇਰਾ ਬ੍ਰੇਕ ਹੋ ਗਿਆ ਤਾਂ ਮੈਨੂੰ ਪਿੱਛੇ 11 kV ਦਾ ਫੀਡਰ ਬੰਦ ਕਰਨਾ ਪੈਣਾ। ਉਹੀ ਜੇ ਆਈਸੋਲੇਟਿੰਗ ਸਵਿੱਚ ਜਾਂ ਜੀਓ ਸਵਿੱਚ ਉੱਪਰ ਲੱਗਾ ਹੋਊਗਾ ਤਾਂ ਮੈਂ ਉਹਨੂੰ ਕੱਟ ਕੇ ਆਰਾਮ ਦੇ ਨਾਲ ਆਪਣਾ ਫਿਊਜ਼ ਚੇਂਜ ਕਰ ਸਕਦਾ, ਠੀਕ ਹੈ। ਸੋ ਇਹ ਚੀਜ਼ ਜਿਹੜੀ ਆ ਤੁਸੀਂ ਉੱਪਰ ਹੀ ਡਰਾਅ ਕਰੋ ਤਾਂ ਬੈਟਰ ਆ। ਸੋ ਉਸ ਤੋਂ ਬਾਅਦ ਜੀਓ ਸਵਿੱਚ ਆ ਗਿਆ, ਫਿਊਜ਼ ਆ ਗਿਆ। ਉਸ ਤੋਂ ਬਾਅਦ 'ਚ ਮੇਰੇ ਕੋਲ ਆ ਜਾਂਦਾ ਟਰਾਂਸਫਾਰਮਰ। ਦੇਖੋ ਸਿੰਗਲ ਲਾਈਨ ਡਾਇਗਰਾਮ 'ਚ ਮੇਰੇ ਕੋਲ ਕੀ ਆ ਗਿਆ, ਟਰਾਂਸਫਾਰਮਰ। ਹੁਣ ਜਿਹੜਾ ਟਰਾਂਸਫਾਰਮਰ ਹੁੰਦਾ ਇਹ 11 kV ਤੋਂ 440 ਜਾਂ 230 ਵੋਲਟ ਹੁੰਦਾ। ਸੋ ਇਹ ਸਟੈਪ ਡਾਊਨ ਟਰਾਂਸਫਾਰਮਰ ਹੁੰਦਾ। ਇਹ ਕਿਹੜਾ ਹੁੰਦਾ, ਸਟੈਪ ਡਾਊਨ, ਕਿਉਂਕਿ ਵੋਲਟੇਜ ਨੂੰ ਸਟੈਪ ਡਾਊਨ ਕਰਦਾ। ਸੋ 11 kV ਦੀ ਸਪਲਾਈ ਆਈ ਇੱਧਰਲੀ ਸਾਈਡ 'ਤੇ, ਆ ਦੇਖੋ 3 11 kV ਦੀ ਆ, ਅਤੇ ਦੂਸਰੀ ਸਾਈਡ 'ਤੇ ਜਿਹੜੀ ਪਿਛਲੀ ਬੈਕ ਸਾਈਡ ਹੋਊਗੀ ਉੱਥੋਂ ਕੀ ਆ ਆਪਣੇ ਕੋਲ 440 ਵੋਲਟ ਦੀ ਸਪਲਾਈ ਨਿਕਲਣੀ ਆ, ਅਤੇ ਨਾਲ ਇੱਕ ਉੱਥੋਂ ਨਿਊਟਰਲ ਵੀ ਨਿਕਲਣੀ ਆ। ਸੋ ਮੋਸਟਲੀ ਬੱਚਿਆਂ ਦਾ ਕੁਐਸਚਨ ਹੁੰਦਾ ਕਿ ਜਿੱਦਾਂ ਇੱਧਰੋਂ 3 ਫੇਸ ਆਏ ਤਾਂ ਸਰ ਉੱਧਰੋਂ 3 ਫੇਸ ਹੀ ਨਿਕਲ ਗਏ, ਤਾਂ ਫਿਰ ਨਿਊਟਰਲ ਕਿੱਦਾਂ ਕੀ ਰੋਲ ਹੋਇਆ। ਨਿਊਟਰਲ ਜਿਹੜੀ ਹੁੰਦੀ ਨਾ ਇਹਦਾ ਦੇਖੋ ਟਰਾਂਸਫਾਰਮਰ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਹੁੰਦਾ। ਨਿਊਟਰਲ ਇਜ਼ ਜਸਟ ਆ ਅਰਥਿੰਗ, ਜਿਹਨੂੰ ਕੀ ਕੀਤਾ ਹੁੰਦਾ ਆਪਾਂ ਅਰਥ ਕੀਤਾ ਹੁੰਦਾ ਟਰਾਂਸਫਾਰਮਰ 'ਤੇ। ਤੁਸੀਂ ਦੇਖਿਓ ਟਰਾਂਸਫਾਰਮਰ ਦੇ ਉੱਪਰ ਇੱਕ ਜਿਹੜੀ ਆਪਣੇ ਕੋਲ ਵਾਇਰ ਹੋਊਗੀ ਉਹ ਇੱਥੋਂ ਆਊਗੀ ਅਰਥ ਦੇ ਵਿੱਚ, ਠੀਕ ਆ, ਇੱਕ ਵਾਇਰ ਇੱਥੋਂ ਆਊਗੀ ਅਰਥ ਦੇ ਵਿੱਚ, ਅਤੇ ਉਹ ਦੋਨੋਂ ਵਾਇਰਸ ਜਿਹੜੀਆਂ ਨਾ ਅੱਗੇ ਨਿਊਟਰਲ ਦੇ ਨਾਲ ਕਨੈਕਟ ਹੋਣਗੀਆਂ ਟਰਾਂਸਫਾਰਮਰ ਦੀ ਬੈਕ ਸਾਈਡ 'ਤੇ। ਦੋਨੋਂ ਕੀ ਆ ਨਿਊਟਰਲ ਦੇ ਨਾਲ ਕਨੈਕਟ ਹੋਣਗੀਆਂ ਟਰਾਂਸਫਾਰਮਰ ਦੀ ਬੈਕ ਸਾਈਡ 'ਤੇ। ਸੋ ਨਿਊਟਰਲ ਦਾ ਜਿਹੜਾ ਹੁੰਦਾ ਨਾ ਟਰਾਂਸਫਾਰਮਰ ਦੇ ਅੰਦਰ ਕੋਈ ਕਨੈਕਸ਼ਨ ਨਹੀਂ ਹੁੰਦਾ। ਨਿਊਟਰਲ ਦਾ ਟਰਾਂਸਫਾਰਮਰ ਦੇ ਅੰਦਰ ਵਾਈਂਡਿੰਗ ਦੇ ਨਾਲ ਜਾਂ ਵਾਇਰਿੰਗ ਨਾਲ ਕੋਈ ਲਿੰਕ ਨਹੀਂ ਹੁੰਦਾ। ਨਿਊਟਰਲ ਕੀ ਹੁੰਦੀ ਆ, ਸਿੰਪਲੀ ਆਪਾਂ ਕੀ ਹੁੰਦੀ ਆ ਟਰਾਂਸਫਾਰਮਰ ਦੇ ਉੱਪਰ ਅਰਥ ਕੀਤੀ ਹੁੰਦੀ ਆ। ਤੁਸੀਂ ਕਹਿ ਸਕਦੇ ਆ ਕਿ ਨਿਊਟਰਲ ਇੱਕ ਕਾਮਨ ਅਰਥਿੰਗ ਦਾ ਕੰਮ ਕਰਦੀ ਆ, ਠੀਕ ਆ। ਸੋ ਜੇ ਰਿਟਰਨ ਪਾਥ ਦਾ ਕੰਮ ਕਰਦੀ ਹੈ ਜਿਹੜੀ ਨਿਊਟਰਲ ਹੁੰਦੀ ਆ। ਸੋ ਨਿਊਟਰਲ ਹੋ ਗਈ ਆਪਣੀ ਫੇਸ, 4 ਫੇਸ ਨਿਕਲੇ ਆਪਣੇ 3 ਫੇਸ, 3 ਫੇਸ 4 ਵਾਇਰ ਸਿਸਟਮ ਹੋ ਗਿਆ ਆਪਣੇ ਕੋਲ, 3 ਫੇਸ ਤੇ ਇੱਕ ਨਿਊਟਰਲ। ਉਸ ਤੋਂ ਬਾਅਦ 'ਚ ਮੇਰੇ ਕੋਲ ਆ ਗਿਆ OCB, ਠੀਕ ਆ, ਜਾਂ LT OCB ਕਹਿ ਲਓ। ਸੋ ਸਰਕਟ ਬ੍ਰੇਕਰ ਹੁੰਦਾ, ਇਹ ਵੀ ਇੱਕ ਤਰ੍ਹਾਂ ਦਾ ਆਈਸੋਲੇਟਰ। ਕਈ ਜਿਹੜੇ ਪੁਰਾਣੇ ਟਾਈਮ 'ਤੇ ਯੂਜ਼ ਕਰਦੇ ਸੀ ਨਾ, ਬਾਕਸ ਹੁੰਦਾ ਸੀ, ਇਹਦੇ ਵਿੱਚ ਆਈਸੋਲੇਟਰ ਜਿਹੜਾ ਹੁੰਦਾ ਸੀ ਲੱਗਾ ਹੁੰਦਾ ਸੀ, ਠੀਕ ਆ। ਉਹ ਕੱਟ ਜਿੱਦਾਂ ਜੀਓ ਸਵਿੱਚ ਨੂੰ ਕੱਟਦੇ ਹਾਂ ਆਪਾਂ, ਆਈਸੋਲੇਟਰ ਨੂੰ ਕੱਟਦੇ ਨਾ, ਉੱਦਾਂ ਇਹਨੂੰ ਕੱਟ ਲੈਂਦੇ ਸੀ। ਬਟ ਇਹਦੇ ਵਿੱਚ ਹੁਣ ਅੱਜ ਕੱਲ੍ਹ ਫਿਊਜ਼ ਹੀ ਲਗਾਉਂਦੇ ਆਪਾਂ, ਠੀਕ ਆ। ਜਿੱਦਾਂ ਆਹ ਫਿਊਜ਼ ਲੱਗਾ ਨਾ ਉੱਪਰ, ਉੱਦਾਂ ਇਹਦੇ ਵਿੱਚ ਮੋਟਾ ਫਿਊਜ਼ ਕਰਕੇ ਆਪਾਂ ਲਾ ਦਿੰਦੇ ਹਾਂ। ਸੋ ਉਹ ਫਿਊਜ਼ ਜਿਹੜਾ ਹੁੰਦਾ ਉਹ LT OCB ਦਾ ਹੀ ਕੰਮ ਕਰਦਾ। ਅਤੇ ਉਸ ਤੋਂ ਬਾਅਦ 'ਚ ਕੀ ਹੁੰਦਾ ਆਪਣੇ ਕੋਲ ਜਿਹੜੀ ਸਪਲਾਈ ਹੁੰਦੀ ਆਪਾਂ ਅੱਗੇ ਜਿਹੜੀ ਆ ਸ਼ਿਫਟ ਕਰ ਦਿੰਦੇ। ਜੇ ਕਿਸੇ ਨੂੰ ਸਿੰਗਲ ਫੇਸ ਸਪਲਾਈ ਚਾਹੀਦੀ ਆ ਉਹਨੂੰ ਇੱਕ ਆਪਾਂ ਫੇਸ ਦੇ ਦਿੰਦੇ ਹਾਂ, ਇੱਕ ਨਿਊਟਰਲ ਦੇ ਦਿੰਦੇ ਹਾਂ, ਠੀਕ ਆ। ਅਤੇ ਦੂਸਰੇ ਗਲੀ ਦੇ ਵਿੱਚ ਮੰਨ ਲਓ ਆਪਾਂ Y ਅਤੇ N ਭੇਜ ਦਿੰਦੇ ਹਾਂ,
तीसरी गली 'ਚ ਆਪਾਂ B ਤੇ N ਭੇਜ ਦਿੰਦੇ ਆ, ਠੀਕ ਆ। ਸੋ ਅਲੱਗ-ਅਲੱਗ ਫੇਸ ਅਲੱਗ-ਅਲੱਗ ਗਲੀਆਂ 'ਚ ਇਸ ਕਰਕੇ ਭੇਜਦੇ ਤਾਂ ਕਿ ਲੋਡ ਬੈਲੈਂਸ ਰਹੇ, ਕਿਉਂਕਿ ਜੇ ਦੇਖੋ ਆਪਾਂ R ਤੇ N ਹੀ ਸਾਰੇ ਪਾਸੇ ਘੁਮਾਈ ਜਾਈਏ ਫੇਸ ਤੇ ਨਿਊਟਰਲ, ਤੇ ਇੱਕ ਫੇਸ ਤੇ ਲੋਡ ਜ਼ਿਆਦਾ ਪੈ ਜਾਣਾ, ਤੇ ਜੇ ਅਨਬੈਲੈਂਸ ਹੋ ਗਿਆ ਟਰਾਂਸਫਾਰਮਰ ਤਾਂ ਹਮੇਸ਼ਾ ਟਰਾਂਸਫਾਰਮਰ ਜਲਦੀ ਛੱਡਦਾ, ਠੀਕ ਆ। ਜਾਂ ਫਿਰ ਉਹ ਇੱਕ ਫੇਸ ਜਿਹੜਾ ਉਹਦਾ ਫਿਊਜ਼ ਬਾਰ-ਬਾਰ ਉੱਡੀ ਜਾਣਾ। ਤਾਂ ਤੁਸੀਂ ਵੀ ਦੇਖਿਆ ਹੋਣਾ ਕਈ ਵਾਰ ਮਹੱਲੇ 'ਚ ਕੀ ਹੁੰਦਾ, ਤੁਹਾਡੇ ਅੱਧੇ ਘਰ ਬੰਦ ਹੋ ਜਾਂਦੇ ਆ, ਤੇ ਜੇ ਗਰਮੀ ਦਾ ਟਾਈਮ ਉਸ 'ਚ ਜ਼ਿਆਦਾ ਹੁੰਦਾ ਉਦੋਂ ਕੀ ਹੁੰਦਾ, ਜਿਹੜੇ ਗਲੀ ਦੇ ਵਿੱਚ ਕੀ ਹੁੰਦਾ, ਰੋਜ਼ ਹੀ ਰਾਤ ਨੂੰ ਇੱਕ ਪਰਟੀਕੂਲਰ ਟਾਈਮ 'ਤੇ ਆ ਕੇ ਤੇ 10 ਜਾਂ 12 ਘਰ ਜਿਹੜੇ ਹੁੰਦੇ ਆ ਤੁਹਾਡੇ ਗਲੀ 'ਚੋਂ ਬੰਦ ਹੋ ਜਾਂਦੇ। ਉਹ ਕਿਉਂ ਬੰਦ ਹੁੰਦੇ ਆ? ਕਿਉਂਕਿ ਉਸ ਫੇਸ ਦੇ ਉੱਪਰ ਲੋਡ ਜਿਹੜਾ ਹੁੰਦਾ ਉਹ ਜ਼ਿਆਦਾ ਹੁੰਦਾ। ਸੋ ਉਹਦਾ ਲੋਡ ਜੇ ਉਹਦਾ ਹੱਲ ਇਹੀ ਆ ਕਿ ਲੋਡ ਬੈਲੈਂਸ ਕਰਵਾ ਲਿਆ ਜਾਵੇ, ਜਾਂ ਕੁਛ ਘਰਾਂ ਦਾ ਲੋਡ ਜਿਹੜਾ ਦੂਸਰੇ ਫੇਸ 'ਤੇ ਪਾ ਦਿੱਤਾ ਜਾਵੇ, ਅਤੇ ਉਹ ਜਿਹੜਾ ਆਪਾਂ ਲੋਡ ਆ ਉਹ ਈਜ਼ੀਲੀ ਬੈਲੈਂਸ ਕਰ ਸਕਦੇ ਹਾਂ ਉਹਨੂੰ ਆਪਾਂ, ਠੀਕ ਹੈ। ਅਤੇ ਆਪਣਾ ਫਿਊਜ਼ ਜਿਹੜਾ ਉਹ ਨਹੀਂ ਰਾਤ ਨੂੰ ਉੱਡੂਗਾ। ਗਰਮੀਆਂ ਦੇ ਟਾਈਮ 'ਤੇ ਰਾਤ ਨੂੰ ਉੱਡਦਾ, ਕਿਉਂਕਿ AC ਵਗੈਰਾ ਰਾਤ ਨੂੰ ਚਲਾ ਲੈਂਦੇ ਨਾ ਸਾਰੇ, ਉਸ ਕਰਕੇ। ਸੋ ਇਹ ਸੀਗਾ ਆਪਣਾ ਆਊਟਡੋਰ ਸਬਸਟੇਸ਼ਨ ਦੇ ਵਿੱਚ ਫਸਟ ਪਾਰਟ ਆਪਣਾ ਪੋਲ ਮਾਊਂਟਡ ਸਬਸਟੇਸ਼ਨ। ਸੋ ਇਹ ਜਿਹੜਾ ਸਬਸਟੇਸ਼ਨ ਹੁੰਦਾ ਇਹ ਹਰ ਪਾਸੇ ਹੀ ਹੁੰਦਾ ਹੈ। ਤੁਸੀਂ ਆਪਣੇ ਘਰਾਂ ਦੇ ਬਾਹਰ ਨਿਕਲਿਓ, ਕਿਤੇ ਗਲੀ ਮਹੱਲੇ ਦੇ ਵਿੱਚ ਤੁਹਾਡੇ ਟਰਾਂਸਫਾਰਮਰ ਲੱਗਾ ਹੁੰਦਾ ਪੋਲ ਮਾਊਂਟਡ ਸਬਸਟੇਸ਼ਨ ਦਾ, ਅਤੇ ਉੱਥੋਂ ਵੀ ਸਟੱਡੀ ਕਰ ਸਕਦੇ ਹਾਂ, ਠੀਕ ਹੈ। ਸੋ ਆਪਣਾ ਸਭ ਤੋਂ ਪਹਿਲਾਂ 11 kV ਹੁੰਦੀ ਹੈ, 11 kV ਤੋਂ ਬਾਅਦ ਨਾਲ ਲਾਈਟਿੰਗ ਕਰੈਸਟਰ ਹੁੰਦਾ। ਦੈਨ ਜੀਓਸ ਵਿੱਚ ਇੱਥੇ ਡਾਇਗਰਾਮ 'ਚ ਹਮੇਸ਼ਾ ਨੈੱਟ ਤੋਂ ਦੇਖੋਗੇ ਥੱਲੇ ਸ਼ੋ ਕੀਤਾ ਹੁੰਦਾ, ਬਟ ਪ੍ਰੈਕਟੀਕਲੀ ਉੱਪਰ ਲੱਗਾ ਹੁੰਦਾ ਹੈ, ਠੀਕ ਹੈ। ਸੋ ਜੀਓਸ ਵਿੱਚ ਆਈਸੋਲੇਟਰਸ ਵਿੱਚ ਜਾਂ ਆਈਸੋਲੇਟਿੰਗਸ ਵਿੱਚ ਕਹਿ ਲਓ ਇਹਨੂੰ, ਜੋ ਵੀ ਕਹਿ ਲਓ, ਇਹ ਉੱਪਰ ਲੱਗਾ ਹੁੰਦਾ, ਬਟ ਮੋਸਟਲੀ ਜੀਓਸ ਵਿੱਚ ਹੀ ਕਹਿੰਦੇ ਆ ਉਹਨੂੰ, ਟੈਕਨੀਕਲ ਲੈਂਗੁਏਜ ਦੇ ਵਿੱਚ ਜੀਓਸ ਵਿੱਚ ਹੀ ਕਹਿੰਦੇ ਆ ਇਹਨੂੰ। ਤੁਸੀਂ ਜੇ ਆਪਣੇ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੇ ਕਦੀ ਬਣਦੇ ਦੇਖੋ ਤੁਸੀਂ ਐਸਟੀਮੇਟ, ਜਿਹਦੇ ਵਿੱਚ ਨਵੇਂ ਟਰਾਂਸਫਾਰਮਰ ਦਾ ਐਸਟੀਮੇਟ ਬਣਾਉਣਾ ਹੋਵੇ, ਉੱਥੇ ਵੀ ਜੀਓਸ ਵਿੱਚ ਹੀ ਕਹਿੰਦੇ ਆਪਾਂ। ਸੋ ਜੀਓਸ ਵਿੱਚ ਜਾਂ ਗੈਂਗ ਰੋਡ ਵਿੱਚ ਉੱਪਰ ਹੁੰਦਾ, ਫਿਰ ਫਿਊਜ਼ ਹੁੰਦਾ, ਫਿਰ ਟਰਾਂਸਫਾਰਮਰ, ਫਿਰ LTOC ਵੀ, ਅਤੇ ਉਸ ਤੋਂ ਬਾਅਦ 'ਚ ਕੀ ਆ ਅੱਗੇ ਸਪਲਾਈ ਜਿਹੜੀ ਵੀ ਘਰਾਂ ਨੂੰ ਦੇਣੀ ਆਪਾਂ ਦੇ ਦਿੰਦੇ ਹਾਂ, ਠੀਕ ਆ। ਸੋ ਇਹ ਹੁੰਦਾ ਆਪਣੇ ਕੋਲ ਪੋਲ ਮਾਊਂਟਡ ਸਬ ਸਟੇਸ਼ਨ। ਬਾਕੀ ਇਹਦੇ ਵਿੱਚ ਹੈਂਡ ਆਪਰੇਟਡ ਆਈਸੋਲੇਟਰ ਹੁੰਦਾ, ਇਹਨੂੰ ਆਪਾਂ ਥੱਲੇ ਛੱਡ ਦਾਂਗੇ ਤਾਂ ਜਿਹੜਾ ਆਈਸੋਲੇਟਰ ਜਾਂ ਜੀਓਸ ਵਿੱਚ ਦੇ ਕੰਟੈਕਟ ਹੁੰਦੇ ਇਹ ਕੀ ਹੁੰਦਾ, ਇਹ ਥੱਲੇ ਡਿੱਗ ਜਾਂਦੇ, ਟਰਾਂਸਫਾਰਮਰ ਕੱਟਿਆ ਜਾਂਦਾ। ਜਦੋਂ ਇਹਨੂੰ ਉੱਪਰ ਚੱਕ ਦਿੰਦੇ ਆ ਅਤੇ ਕੰਟੈਕਟ ਜਿਹੜੇ ਆ ਨਾਲ ਉੱਪਰ ਜੁੜ ਜਾਂਦੇ ਆ, ਅਤੇ ਆਪਣਾ ਜਿਹੜਾ ਟਰਾਂਸਫਾਰਮਰ ਦਾ ਉਹ ਕਨੈਕਟ ਹੁੰਦਾ 11 kV ਦੇ ਨਾਲ, ਅਤੇ ਫਿਰ ਚੱਲ ਪੈਂਦਾ ਅੱਗੇ, ਠੀਕ ਹੈ। ਸੋ ਇਹ ਆਪਣੇ ਕੋਲ ਇਹ ਸੀਗਾ ਆਪਣੇ ਕੋਲ 11 kV ਦਾ, ਠੀਕ ਆ। ਦੇਖੋ 11 kV ਆਈ ਨਾ ਇਨਕਮਿੰਗ, ਸੋ ਇਨਕਮਿੰਗ ਦੇ ਹਿਸਾਬ ਨਾਲ ਹੀ ਆਪਾਂ ਡਿਜ਼ਾਈਨ ਕੀਤਾ ਹੁੰਦਾ। ਸੋ ਇਹ 11 kV ਦਾ ਆਪਣੇ ਕੋਲ ਸੀਗਾ ਆਊਟਡੋਰ ਸਬਸਟੇਸ਼ਨ। ਸੋ ਇਹ ਆਪਣੇ ਕੋਲ ਇੰਡੋਰ ਸਬਸਟੇਸ਼ਨ ਇੱਕ 66 kV ਦਾ ਹੈਗਾ, ਉਹਦਾ ਇੱਕ ਆਪਣੇ ਕੋਲ ਨਾ ਕੀ ਡਾਇਗਰਾਮ ਆ, ਇਹ ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੁੰਦਾ, ਸੋ ਇਸ ਕਰਕੇ ਇਹ ਵੀ ਆਪਾਂ ਸਟੱਡੀ ਕਰ ਲੈਂਦੇ ਹਾਂ ਵੀ ਇਹ 'ਚ ਕੀ ਹੁੰਦਾ। ਸੋ 66 kV ਦੀ ਆ ਦੇਖੋ ਬੱਸ ਬਾਰ ਆਈ ਆ ਆਪਣੇ ਕੋਲ, ਇੱਕ ਐਡੀਸ਼ਨਲ ਬੱਸ ਬਾਰ ਲਗਾਈ ਹੋਈ ਆ 66 kV ਦੀ ਹੈ ਵੀ, ਆਪਾਂ ਪੜ੍ਹਿਆ ਸੀ ਨਾ ਡੁਪਲੀਕੇਟ ਬੱਸ ਬਾਰ ਸਿਸਟਮ। ਸੋ ਆ ਦੇਖੋ ਦੋ ਬੱਸ ਬਾਰਸ ਲਗਾਈਆਂ, ਇੱਕ ਆਹ ਬੱਸ ਬਾਰ ਮੇਨ ਬੱਸ ਬਾਰ, ਇੱਕ ਆਕਸਿਲਰੀ ਬੱਸ ਬਾਰ ਆ। ਇੱਥੋਂ ਦੋ ਆਈਸੋਲੇਟਰ, ਇੱਥੋਂ ਆਪਾਂ ਸਪਲਾਈ ਚੱਕ ਕੇ CT ਲਾਈ। CT ਤਾਂ ਲਾਇਆ ਵੀ ਕਰੰਟ ਆਪਾਂ ਮੇਰ ਕਰਨਾ ਹੁੰਦਾ, ਕਰੰਟ ਮੇਰ ਨਾਲ ਕਰਨਾ ਹੁੰਦਾ, ਇਸ ਕਰਕੇ ਆਪਾਂ ਕੀ ਲਾਇਆ ਇੱਥੇ CT ਲਗਾਏ ਹੋਏ ਆ। ਆਹ ਸਰਕਟ ਬ੍ਰੇਕਰ ਦੇ ਕੰਟੈਕਟ ਆ ਗਏ, ਫਿਰ ਆਈਸੋਲੇਟਰ ਆ ਗਿਆ, ਫਿਰ ਕੌਂਸਟੈਂਟ ਵੇਰੀਏਬਲ ਟਰਾਂਸਫਾਰਮਰ ਆ ਗਿਆ ਆਪਣਾ, ਅਤੇ ਉਹਨਾਂ ਕਪੈਸਿਟਰ ਲਾ ਕੇ ਅਤੇ ਅੱਗੇ ਅਰਥ ਕੀਤਾ ਹੋਇਆ ਉਹਨੂੰ। ਸਿਮਿਲਰਲੀ ਦੂਸਰੇ ਫੇਸ 'ਚ ਵੀ ਕੀ ਕੀਤਾ ਆਪਾਂ, ਲਾਈਟਨਿੰਗ ਕਰੈਸਟਰ ਲਾਇਆ ਹੋਇਆ। ਲਾਈਟਨਿੰਗ ਕਰੈਸਟਰ ਕਿਉਂ ਲਾਇਆ ਤੁਹਾਨੂੰ ਪਤਾ ਹੀ ਆ, ਦੇਖੋ ਸਭ ਤੋਂ ਟੌਪ 'ਤੇ ਲੱਗਾ ਹੁੰਦਾ ਤਾਂ ਕਿ ਜੇ ਲਾਈਟਨਿੰਗ ਡਿੱਗੇ ਤਾਂ ਸਭ ਤੋਂ ਟੌਪ ਵਾਲੀ ਜਗ੍ਹਾ 'ਤੇ ਡਿੱਗਣੀ ਹੁੰਦੀ ਆ, ਸੋ ਇਸ ਕਰਕੇ ਲਾਈਟਨਿੰਗ ਕਰੈਸਟਰ 'ਤੇ ਡਿੱਗੇ। ਉਸ ਤੋਂ ਬਾਅਦ 66 kV ਦਾ ਟਰਾਂਸਫਾਰਮਰ ਲਾਇਆ, 66 ਤੋਂ 11 kV ਆ, ਯਾਦ ਰੱਖਿਓ 66 ਤੋਂ 11 kV, ਯਾਨੀ ਕਿ 66 kV ਇਨਕਮਿੰਗ, ਆਊਟਗੋਇੰਗ ਕੀ ਹੋਊਗੀ 11 kV ਦੀ ਆਊਟਗੋਇੰਗ ਹੋਊਗੀ। ਆਹ ਟਰਾਂਸਫਾਰਮਰ ਹੁੰਦੇ ਆ, ਦੇਖੋ ਇਹਦੀ ਇਨਕਮਿੰਗ ਕੀ ਹੋਊਗੀ 66 kV, ਜਿਹੜੀ ਆਊਟਗੋਇੰਗ ਹੋਊਗੀ ਉਹ ਕੀ ਹੋਊਗੀ 11 kV ਦੀ ਆਊਟਗੋਇੰਗ ਹੋਊਗੀ। ਸੋ ਆਊਟਗੋਇੰਗ 11 kV ਦੀ ਹੋਊਗੀ। ਸੋ ਇਹ ਸੀਗੇ ਆਪਣੇ ਇਹ ਵਾਲਾ ਸੀਗਾ ਪੋਲ ਮਾਊਂਟਡ ਸਬਸਟੇਸ਼ਨ। ਇਹ ਇੱਕ ਕੀ ਡਾਇਗਰਾਮ ਦਿਖਾਇਆ ਤੁਹਾਨੂੰ ਇੰਡੋਰ ਸਬਸਟੇਸ਼ਨ ਦਾ। ਆਹ ਆਪਣੇ ਕੋਲ ਸੈਕਿੰਡ ਇੱਕ ਆਪਾਂ ਟਾਈਪ ਹੋਰ ਦੇਖੀ ਸੀ, ਇਹਦੇ ਕੋਲ ਲਿਖਿਆ ਤੇ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ। ਸੋ ਜਦੋਂ ਵੀ ਆਪਾਂ ਫਾਊਂਡੇਸ਼ਨ ਬਣਾ ਕੇ ਕਿਸੇ ਤਰ੍ਹਾਂ ਦੇ ਨਾਲ ਉਹਦੇ ਉੱਪਰ ਟਰਾਂਸਫਾਰਮਰ ਰੱਖ ਦਈਏ ਤਾਂ ਉਹਨੂੰ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ ਕਹਿੰਦੇ ਸਿੰਪਲੀ। ਜਿੱਦਾਂ ਪੋਲ ਮਾਊਂਟਡ ਸਬਸਟੇਸ਼ਨ ਕੀ ਸੀ, ਪੋਲ ਦੇ ਉੱਪਰ ਮਾਊਂਟ ਕੀਤਾ, ਪੋਲ ਮਾਊਂਟਡ ਸਬਸਟੇਸ਼ਨ ਨਾਮ ਦਿੱਤਾ। ਇੱਕ ਫਾਊਂਡੇਸ਼ਨ ਬਣਾ ਕੇ ਉਹਦੇ ਉੱਤੇ ਮਾਊਂਟ ਕਰਤਾ, ਉਹ ਕੀ ਹੋ ਗਿਆ ਆਪਣੇ ਕੋਲ ਆਊਟਡੋਰ ਸਬਸਟੇਸ਼ਨ ਹੋ ਗਿਆ। ਫਾਊਂਡੇਸ਼ਨ ਮਾਊਂਟਡ ਆਊਟਡੋਰ ਸਬਸਟੇਸ਼ਨ ਹੋ ਗਿਆ, ਠੀਕ ਹੈ। ਜਿਹੜਾ ਪੋਲ 'ਤੇ ਲਾਇਆ ਪੋਲ ਮਾਊਂਟਡ, ਜਿਹੜਾ ਫਾਊਂਡੇਸ਼ਨ 'ਤੇ ਲਾਇਆ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ। ਬਾਕੀ ਜਿਹੜੇ ਪਾਰਟਸ ਹੁੰਦੇ ਆ ਉਹ ਸੇਮ ਹੁੰਦੇ ਆ, ਬਾਕੀ ਜਿਹੜੇ ਇਹਦੇ ਪਾਰਟਸ ਆਉਣੇ ਆ ਨਾ ਫਾਊਂਡੇਸ਼ਨ ਮਾਊਂਟਡ ਵਿੱਚ ਵੀ, ਬਸ ਇਹਦੇ ਵਿੱਚ ਪੋਲ ਨਹੀਂ ਆਉਣੇ। ਫਾਊਂਡੇਸ਼ਨ ਮਾਊਂਟਡ 'ਚ ਆ ਦੇਖੋ, ਫਾਊਂਡੇਸ਼ਨ ਮਾਊਂਟਡ 'ਚ ਪੋਲ ਹੈ ਨਹੀਂਗਾ ਕੋਈ ਵੀ, ਫਾਊਂਡੇਸ਼ਨ 'ਤੇ ਟਰਾਂਸਫਾਰਮਰ ਰੱਖਿਆ। ਉੱਦਾਂ ਹੀ ਆ ਦੇਖੋ ਇੱਥੇ ਆਈਸੋਲੇਟਰ ਜਾਂ ਜੀਓਸ ਵਿੱਚ ਆ, ਉੱਦਾਂ ਹੀ ਇਹਦੇ ਵਿੱਚ 11 kV ਦੇ ਕੰਟੈਕਟ ਆ, ਸੌਰੀ 66 kV ਦਾ ਹੀ ਸਬਸਟੇਸ਼ਨ ਆ, ਇੱਥੇ 66 kV ਆ, ਇੱਧਰ ਉੱਦਾਂ ਹੀ 11 kV ਜਿਹੜੀ ਆ ਤੁਹਾਡੀ ਆਊਟਪੁੱਟ ਆਊਗੀ, ਠੀਕ ਆ। ਸੋ ਬਾਕੀ ਸਾਰਾ ਸੇਮ ਹੁੰਦਾ, ਸਿਰਫ ਇਹਨੂੰ ਪੋਲ 'ਤੇ ਲਾਤਾ ਕਰਕੇ ਪੋਲ ਮਾਊਂਟਡ ਸਬਸਟੇਸ਼ਨ ਆ, ਫਾਊਂਡੇਸ਼ਨ ਬਣਾ ਕੇ ਲਾਤਾ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ ਆ। ਇਹ ਮੋਸਟਲੀ ਉੱਥੇ ਲਗਾਉਂਦੇ ਹੁੰਦੇ ਆ ਜਿੱਥੇ ਆਪਣੇ ਕੋਲ ਜਗ੍ਹਾ ਵੱਧ ਹੋਵੇ ਥੋੜ੍ਹੀ ਜਿਹੀ, ਮੇਨ ਰੋਡ 'ਤੇ ਵਗੈਰਾ 'ਤੇ ਲਾ ਦਿੰਦੇ ਆ ਕੋਸਟ ਕਟਿੰਗ ਕਰਨ ਵਾਸਤੇ, ਥੋੜ੍ਹੀ ਜਿਹੀ ਵੀ ਪੋਲ ਵਗੈਰਾ ਦੀ ਕੋਸਟ ਨਾ ਹੋਵੇ, ਅਤੇ ਜਲਦੀ ਜਿਹੜੇ ਇਹਨਾਂ ਨੇ ਇੰਸਟਾਲ ਵੀ ਇਹ ਜਲਦੀ ਹੋ ਜਾਂਦੇ ਆ, ਕਿਉਂਕਿ ਪੋਲ ਦੇ ਵਾਸਤੇ ਗੱਡਾ ਮਾਰਨਾ ਪੈਣਾ ਤੁਹਾਨੂੰ, ਫਿਰ ਪੋਲ ਖੜ੍ਹਾ ਕਰਨਾ ਪੈਣਾ, ਫਿਰ ਉਹਦੀ ਵੱਖਰੀ ਅਸੈਂਬਲੀ ਲਾਉਣੀ ਪੈਣੀ, ਚੈਨਲ ਲਗਾਉਣੇ ਪੈਣੇ, ਫਿਰ ਉਹ ਚੈਨਲ 'ਤੇ ਟਰਾਂਸਫਾਰਮਰ ਨੂੰ ਰੱਖਣਾ ਪੈਣਾ ਕਰੇਨ ਦੇ ਨਾਲ, ਟਾਈਮ ਕੰਜ਼ਿਊਮ ਹੋ ਗਿਆ ਨਾ ਪ੍ਰੋਸੈਸ। ਇੱਥੇ ਕੀ ਇੱਕ ਫਾਊਂਡੇਸ਼ਨ ਬਣਾਈ, ਸਿੱਧਾ ਲਿਆ ਕੇ ਟਰਾਂਸਫਾਰਮਰ ਉੱਤਰ ਧਰਦਾ ਉਹਦੇ। ਸੋ ਇਹ ਮੋਸਟਲੀ ਤੁਸੀਂ ਜਦੋਂ ਲੁਧਿਆਣੇ ਜਾਓਗੇ ਨਾ, ਬਾਰ-ਬਾਰ ਜੇ ਲੁਧਿਆਣੇ ਜਾਓਗੇ ਲੁਧਿਆਣੇ ਸਾਈਡ 'ਤੇ, ਤਾਂ ਬਾਰ-ਬਾਰ ਤੁਹਾਨੂੰ ਕਾਫੀ ਟਰਾਂਸਫਾਰਮਰ ਦੇਖਣ ਨੂੰ ਮਿਲ ਜਾਣੇ ਆ। 200 kV ਦੇ ਵੀ ਲੱਗੇ ਆ, 300 kV ਦੇ ਵੀ ਲੱਗੇ ਹੋਏ ਆ, 500 kV ਤੱਕ ਦੇ ਵੀ ਟਰਾਂਸਫਾਰਮਰ ਲੱਗੇ ਹੋਏ ਆ। ਸੋ ਫਾਊਂਡੇਸ਼ਨ ਬਣਾ ਕੇ ਲਾਤਾ ਤਾਂ ਉਹ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ ਹੋ ਗਿਆ।
ਸੋ ਇਹ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ ਤੇ ਪੋਲ ਮਾਊਂਟਡ ਸਬਸਟੇਸ਼ਨ, ਇਹ ਆਊਟਡੋਰ ਸਬਸਟੇਸ਼ਨ ਦਾ ਟਾਈਪਸ ਆ, ਇਹ ਜਿਹੜਾ ਇੰਡੋਰ ਸਬਸਟੇਸ਼ਨ ਦੀਆਂ ਟਾਈਪਸ ਆ। ਠੀਕ ਆ, ਸੋ ਇਹ ਚੰਗੀ ਤਰ੍ਹਾਂ ਕਰ ਲਿਓ, ਇਹ ਬਹੁਤ ਇੰਪੋਰਟੈਂਟ ਹੈ, ਐਗਜ਼ਾਮ 'ਚ ਵੀ ਪੁੱਛ ਲੈਂਦੇ ਹੁੰਦੇ ਆ। ਇਹਦਾ ਜਿਹੜਾ ਸਿੰਗਲ ਲਾਈਨ ਡਾਇਗਰਾਮ ਆ ਤੁਹਾਨੂੰ ਲਾਸਟ ਟਾਈਮ ਕਾਪੀਜ਼ 'ਤੇ ਵੀ ਮੈਂ ਬਣਵਾਇਆ ਸੀਗਾ, ਉਹ ਡਾਇਗਰਾਮ ਫੋਲੋ ਕਰ ਲਿਓ, ਆਹ ਡਾਇਗਰਾਮ ਫੋਲੋ ਕਰ ਲਿਓ, ਕੋਈ ਇਸ਼ੂ ਨਹੀਂ ਹੈਗਾ। ਬਸ ਇਹਨੂੰ ਫੋਲੋ ਕਰਨਾ ਤਾਂ ਆਈਸੋਲੇਟਰ ਨੂੰ ਉੱਪਰ ਕਰ ਲਿਓ, ਜਿਹੜਾ ਇਹਨੂੰ ਸ਼ਿਫਟ ਕਰ ਲਿਓ ਉੱਪਰ ਜੀਓ ਸਵਿਚ ਨੂੰ। ਠੀਕ ਆ, ਬਾਕੀ ਸਾਰਾ ਬਿਲਕੁਲ ਠੀਕ ਆ, ਬਾਕੀ ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਆਪਾਂ ਇਕਵਿਪਮੈਂਟ ਦੇਖ ਲੈਂਦੇ ਹਾਂ ਸਬਸਟੇਸ਼ਨ 'ਤੇ ਵੀ ਕੀ ਕੰਮ ਹੁੰਦਾ, ਕਿਹੜੇ ਇਕਵਿਪਮੈਂਟ ਯੂਜ਼ ਹੁੰਦੇ ਆ, ਆਪਾਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਇਹਨਾਂ ਦੀ ਵੀ ਲੈ ਲੈਂਦੇ ਹਾਂ। ਬਾਕੀ ਡਿਟੇਲ ਦੇ ਵਿੱਚ ਕਈ ਚੀਜ਼ਾਂ ਪੜ੍ਹ ਵੀ ਰਹੇ ਹਾਂ ਆਪਾਂ, ਜਾਂ ਪਹਿਲਾਂ ਪੜ੍ਹ ਵੀ ਲਈਆਂ ਨੇ ਆਪਾਂ, ਜਾਂ ਅੱਗੇ ਪੜ੍ਹਨੀਆਂ ਵੀ ਹੈਗੀਆਂ। ਸੋ ਸਭ ਤੋਂ ਪਹਿਲਾਂ ਟਰਾਂਸਫਾਰਮਰ ਆ ਜਾਂਦਾ। ਟਰਾਂਸਫਾਰਮਰ ਦਾ ਤੁਹਾਨੂੰ ਪਤਾ ਵੀ ਕੀ ਕੰਮ ਹੁੰਦਾ। ਟਰਾਂਸਫਾਰਮਰ ਨੇ ਕੀ ਕਰਨਾ ਹੁੰਦਾ, ਵੋਲਟੇਜ ਨੂੰ ਘਟਾਉਣਾ ਹੁੰਦਾ ਜਾਂ ਵਧਾਉਣਾ ਹੁੰਦਾ ਐਜ਼ ਪਰ ਰਿਕੁਆਇਰਮੈਂਟ। ਯਾਨੀ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜਾ ਜਨਰੇਟਿੰਗ ਸਟੇਸ਼ਨ ਹੁੰਦਾ ਉੱਥੇ ਹੀ ਸਟੈਪ ਅਪ ਟਰਾਂਸਫਾਰਮਰ ਲੱਗਾ ਹੁੰਦਾ, ਬਾਕੀ ਸਾਰੇ ਮੋਸਟਲੀ ਸਟੈਪ ਡਾਊਨ ਟਰਾਂਸਫਾਰਮਰ ਹੁੰਦੇ ਆ। ਸੋ ਜਿਹੜਾ ਆਪਣਾ ਇੰਡੋਰ ਸਬਸਟੇਸ਼ਨ 66 kV ਦਾ ਸਬਸਟੇਸ਼ਨ ਹੁੰਦਾ ਉੱਥੇ ਉਹ ਵੀ ਸਟੈਪ ਡਾਊਨ ਹੁੰਦਾ, 11 kV 'ਚ ਡਾਊਨ ਕਰਕੇ ਅੱਗੇ ਦੇ ਦਿੰਦੇ ਆ। ਅੱਗੇ ਮੇਰੇ ਕੋਲ ਆਊਟਡੋਰ ਸਬਸਟੇਸ਼ਨ ਆ ਜਾਂਦਾ, ਆਊਟਡੋਰ ਸਬਸਟੇਸ਼ਨ 'ਤੇ ਵੀ ਆਪਾਂ 11 kV ਤੋਂ 240 ਜਾਂ 440 ਵੋਲਟ ਦੇ ਵਿੱਚ ਕਨਵਰਟ ਕਰਨੇ। 230 440 ਤਾਂ ਕਹਿੰਦੇ ਜੇ ਸਿੰਗਲ ਫੇਜ਼ ਦੇ ਤਾਂ 230 ਹੁੰਦੀ ਹੈ, ਜੇ ਦੋ ਫੇਜ਼ ਦੇ ਤਾਂ 440 ਹੋ ਜਾਂਦੀ ਹੈ। ਸੋ ਦੋਨੋਂ ਸਟੈਪ ਡਾਊਨ ਨਹੀਂ ਹੁੰਦੇ, ਸੋ ਮੋਸਟਲੀ ਸਟੈਪ ਡਾਊਨ ਟਰਾਂਸਫਾਰਮਰ ਜ਼ਿਆਦਾ ਯੂਜ਼ ਹੁੰਦੇ ਆ ਆਪਣੇ ਕੋਲ। ਉਸ ਤੋਂ ਬਾਅਦ ਸਰਕਟ ਬ੍ਰੇਕਰ ਤਾਂ ਆਪਾਂ ਪੜ੍ਹੇ ਹੀ ਆ ਪਿਛਲੇ ਚੈਪਟਰ ਦੇ ਵਿੱਚ। ਸਰਕਟ ਬ੍ਰੇਕਰ ਦਾ ਕੰਮ ਕਹਿੰਦਾ ਸਰਕਟ ਨੂੰ ਬ੍ਰੇਕ ਕਰਨਾ। ਠੀਕ ਹੈ, ਸੋ ਸਰਕਟ ਬ੍ਰੇਕਰ ਵੀ ਜਿਹੜੀ ਕਿ ਕਾਫੀ ਰੇਟਿੰਗਸ ਹੁੰਦੀ ਆ, 32 16 ਆਪਣੇ ਘਰਾਂ ਦੇ ਵਿੱਚ ਜਿਹੜੇ ਲਾਦੇ ਆ 32 16 64 ਹੁੰਦੇ ਆ, 32 ਐਂਪੀਅਰ 16 ਐਂਪੀਅਰ ਦੇ ਸਰਕਟ ਬ੍ਰੇਕਰ, ਮਿਨੀਏਚਰ ਸਰਕਟ ਬ੍ਰੇਕਰ। ਇਸ ਤੋਂ ਬਾਅਦ ਜਿਹੜੇ ਸਬਸਟੇਸ਼ਨ 'ਤੇ ਲਾਦੇ ਆ ਉਹ 300 ਤੋਂ ਲੈ ਕੇ 3000 8000 ਐਂਪੀਅਰ ਤੱਕ ਦੇ ਹੁੰਦੇ ਆ। ਕਾਫੀ ਟਾਈਪਸ ਹੁੰਦੀਆਂ, 에ਅਰ ਬਲਾਸਟ ਹੋ ਗਿਆ, ਆਇਲ ਹੋ ਗਿਆ, ਮਿਨੀਮਮ ਆਇਲ ਹੋ ਗਿਆ, ਬਲਕ ਆਇਲ ਹੋ ਗਿਆ। ਦੈਨ ਆਪਣੇ ਕੋਲ SF6 ਸਰਕਟ ਬ੍ਰੇਕਰ, ਵੈਕਿਊਮ ਸਰਕਟ ਬ੍ਰੇਕਰ। ਸਭ ਤੋਂ ਜ਼ਿਆਦਾ ਵੈਕਿਊਮ ਸਰਕਟ ਬ੍ਰੇਕਰ ਆਪਾਂ ਯੂਜ਼ ਕਰਦੇ ਹਾਂ ਸਬਸਟੇਸ਼ਨ ਦੇ ਉੱਪਰ, ਵੈਕਿਊਮ ਸਰਕਟ ਬ੍ਰੇਕਰ ਯਾਦ ਰੱਖਿਓ। ਸਭ ਤੋਂ ਜ਼ਿਆਦਾ ਕਿਹੜਾ ਆਪਾਂ ਯੂਜ਼ ਕਰਦੇ ਹਾਂ, ਵੈਕਿਊਮ ਸਰਕਟ ਬ੍ਰੇਕਰ ਸਬਸਟੇਸ਼ਨਸ ਦੇ ਉੱਪਰ ਯੂਜ਼ ਕਰਦੇ ਹਾਂ। ਘਰਾਂ ਦੇ ਵਿੱਚ ਤਾਂ ਬਹੁਤ ਛੋਟੇ ਲੈਵਲ ਦਾ ਹੁੰਦਾ ਨਾ, ਮਿਨੀਏਚਰ ਸਰਕਟ ਬ੍ਰੇਕਰ ਕਹਿੰਦੇ ਨੇ, ਬਟ ਹੁੰਦਾ ਵੀ ਇੱਕ ਤਰ੍ਹਾਂ ਦਾ ਸਰਕਟ ਬ੍ਰੇਕਰ ਹੀ ਆ। ਜੋ ਦੇਖੋ ਤੁਹਾਡਾ MCB ਕੰਮ ਕਰਦਾ ਨਾ, ਉਹੀ ਇੱਕ ਆਪਣਾ ਸਰਕਟ ਬ੍ਰੇਕਰ ਕੰਮ ਕਰਦਾ। ਠੀਕ ਆ, ਜਿਹੜਾ ਆਪਣਾ ਮਿਨੀਏਚਰ ਸਰਕਟ ਬ੍ਰੇਕਰ ਹੁੰਦਾ ਨਾ, ਜੋ ਮਿਨੀਏਚਰ ਸਰਕਟ ਬ੍ਰੇਕਰ ਕੰਮ ਕਰਦਾ ਉਹੀ ਤੁਹਾਡਾ ਸਬਸਟੇਸ਼ਨ ਵਾਲਾ ਸਰਕਟ ਬ੍ਰੇਕਰ ਜਿਹੜਾ ਹੁੰਦਾ ਨਾ ਉਹ ਕੰਮ ਕਰਦਾ। ਠੀਕ ਆ, ਬਸ ਉਹ ਰੇਟਿੰਗ ਜਿਹੜੀ ਹੁੰਦੀ ਥੋੜ੍ਹੀ ਜ਼ਿਆਦਾ ਹੁੰਦੀ ਹੈ, ਕਿਉਂਕਿ ਕੀ ਕੰਮ ਹੁੰਦਾ ਸਰਕਟ ਬ੍ਰੇਕਰ ਦਾ ਐਕਚੁਅਲ 'ਚ ਨੋਰਮਲ ਕੰਡੀਸ਼ਨ 'ਚ ਔਨ ਆਫ ਕਰਨਾ, ਉਹ ਆਪਾਂ MCB ਤੋਂ ਵੀ ਕਰ ਸਕਦੇ ਹਾਂ ਅਤੇ ਸਬਸਟੇਸ਼ਨ 'ਤੇ ਸਰਕਟ ਬ੍ਰੇਕਰ ਤੋਂ ਵੀ ਕਰ ਸਕਦੇ ਹਾਂ। ਫਾਲਟੀ ਕੰਡੀਸ਼ਨ 'ਚ ਔਨ ਕਰਨਾ MCB ਨੂੰ ਵੀ ਕਰ ਸਕਦੇ ਹਾਂ, ਜੇ ਫਾਲਟ ਅੱਗੇ ਕਲੀਅਰ ਹੋ ਗਿਆ ਤਾਂ ਚੱਲ ਪਊਗਾ, ਜੇ ਨਹੀਂ ਕਲੀਅਰ ਹੋਇਆ ਤਾਂ ਦੁਬਾਰਾ ਟ੍ਰਿਪ ਕਰ ਜੂਗਾ MCB। ਠੀਕ ਹੈ, ਸਰਕਟ ਬ੍ਰੇਕਰ ਵੀ ਸੇਮ ਆ। ਬਾਕੀ ਫਾਲਟੀ ਕੰਡੀਸ਼ਨ 'ਚ ਜਾਂ ਨੋਰਮਲ ਕੰਡੀਸ਼ਨ 'ਚ ਆਟੋਮੈਟਿਕਲੀ ਮਿਨੀਏਚਰ ਸਰਕਟ ਬ੍ਰੇਕਰ ਵੀ ਬੰਦ ਹੋ ਜਾਂਦਾ ਅਤੇ ਦੂਸਰੇ ਸਰਕਟ ਬ੍ਰੇਕਰ ਵੀ ਬੰਦ ਹੋ ਜਾਂਦੇ ਸਬਸਟੇਸ਼ਨ ਵਾਲੇ। ਸੋ ਬਹੁਤਾ ਡਿਫਰੈਂਸ ਨਹੀਂ ਹੈ, ਕਨਫਿਊਜ਼ ਨਹੀਂ ਹੋਣਾ ਉਹਦੇ ਵਿੱਚ। ਨੈਕਸਟ ਹੈ ਆਈਸੋਲੇਟਰ। ਹੁਣ ਆਈਸੋਲੇਟਰ ਦੇਖੋ ਥੋੜ੍ਹਾ ਜਿਹਾ ਡਿਫਰੈਂਟ ਆ ਜਾਂਦਾ। ਜਿਹੜਾ ਆਈਸੋਲੇਟਰ ਹੁੰਦਾ ਨਾ, ਆਈਸੋਲੇਟਰ ਹੁੰਦਾ ਸਵਿਚ ਹੀ ਆ, ਹੁੰਦਾ ਮੈਨੂਅਲੀ ਵੀ ਹੋ ਸਕਦਾ, ਆਟੋਮੈਟਿਕਲੀ ਓਪਰੇਟਡ ਵੀ ਹੋ ਸਕਦਾ। ਮੋਸਟਲੀ ਆਟੋਮੈਟਿਕਲੀ ਓਪਰੇਟਡ ਹੁੰਦੇ ਜਦੋਂ ਹਾਈ ਵੋਲਟੇਜ ਹੋ ਜਾਵੇ, ਮੋਟਰ ਦੇ ਨਾਲ ਓਪਰੇਟ ਕਰਦੇ ਹਾਂ ਇਹਨੂੰ ਆਪਾਂ। ਆਈਸੋਲੇਟਰ ਸਵਿਚ ਹੀ ਹੁੰਦੇ ਆ, ਇਹ ਮੋਟਰ ਨਾਲ ਇਹਨਾਂ ਨੂੰ ਓਪਰੇਟ ਕਰਦੇ ਹਾਂ ਮੋਸਟਲੀ। ਜੇ ਘੱਟ ਹੋਵੇ ਤਾਂ ਵੋਲਟੇਜ ਤਾਂ ਫਿਰ ਆਪਾਂ ਇਹਨੂੰ ਕੀ ਕਰਦੇ ਹਾਂ, ਮੈਨੂਅਲੀ ਵੀ ਓਪਰੇਟ ਕਰ ਲੈਂਦੇ ਹਾਂ। ਸੋ ਆਈਸੋਲੇਟਰ ਦਾ ਮਤਲਬ ਹੁੰਦਾ ਜਿਹੜਾ ਸਰਕਟ ਨੂੰ ਆਈਸੋਲੇਟ ਕਰਦਾ ਇੱਕ ਦੂਜੇ ਤੋਂ। ਸੋ ਇਹ ਇੱਕ ਸਵਿਚ ਹੀ ਹੁੰਦਾ ਆ। ਠੀਕ ਆ, ਸਵਿਚ ਹੀ ਹੁੰਦਾ ਜਿਹਨੂੰ ਹਮੇਸ਼ਾ ਨੋ ਲੋਡ 'ਤੇ ਓਪਰੇਟ ਕਰਦੇ ਹਾਂ, ਯਾਦ ਰੱਖਿਓ। ਇਹ ਕਈ ਵਾਰ ਕੰਪੀਟੀਟਿਵ ਐਗਜ਼ਾਮ 'ਚ ਵੀ ਕੁਐਸਚਨ ਆ ਜਾਂਦਾ। ਜਿੱਦਾਂ ਹੁਣ ਦੇਖੋ ਆਪਣੇ ਘਰਾਂ ਦੇ ਵਿੱਚ ਸਵਿਚ ਲੱਗਿਆ, ਉਹਨਾਂ ਨੂੰ ਕੀ ਆ, ਆਪਾਂ ਉਹਨਾਂ ਦੇ ਉੱਪਰ ਲੋਡ ਹਮੇਸ਼ਾ ਕਨੈਕਟਡ ਰਹਿੰਦਾ। ਜੇ ਮੇਰੇ ਕੋਲ ਇੱਕ ਸਵਿਚ ਆ ਉਹਦੇ ਨਾਲ ਫੈਨ ਕਨੈਕਟ ਆ ਤਾਂ ਉਹ ਫੈਨ ਕੀ ਆ, ਹਮੇਸ਼ਾ ਕਨੈਕਟਡ ਰਹਿੰਦਾ। ਸੋ ਮੈਂ ਜਦੋਂ ਵੀ ਔਨ ਕਰੂੰਗਾ ਇੱਕ ਤਰ੍ਹਾਂ ਉਹਨੂੰ ਲੋਡ 'ਤੇ ਔਨ ਕਰਦਾ ਹਾਂ, ਲੋਡ 'ਤੇ ਹੀ ਆਫ ਕਰ ਰਿਹਾ। ਠੀਕ ਆ, ਬਟ ਜਿਹੜਾ ਆਈਸੋਲੇਟਰ ਹੁੰਦਾ, ਆਈਸੋਲੇਟਰ ਦੇ ਕੇਸ ਆਪਾਂ ਕਦੇ ਵੀ ਇਹਨੂੰ ਲੋਡ 'ਤੇ ਆਪਰੇਟ ਨਹੀਂ ਕਰਦੇ, ਕਿਉਂਕਿ ਇਹਨੂੰ ਆਪਾਂ ਹਾਈ ਵੋਲਟੇਜਸ ਦੇ ਉੱਪਰ ਜਿਹੜਾ ਯੂਜ਼ ਕਰਦੇ ਹਾਂ। ਸੋ ਜੇ ਆਪਾਂ ਇਹਨੂੰ ਲੋਡ 'ਤੇ ਆਪਰੇਟ ਕਰਾਂਗੇ ਤਾਂ ਕੀ ਹੋਊਗਾ, ਜਿਹੜਾ ਆਪਰੇਟ ਕਰਨ ਵਾਲਾ ਆ ਉਹਨੂੰ ਵੀ ਕੀ ਆ ਨੁਕਸਾਨ ਹੋ ਸਕਦਾ ਹੈ, ਇੰਡਕਸ਼ਨ ਦੇ ਨਾਲ ਉਹਨੂੰ ਵੀ ਕਰੰਟ ਲੱਗ ਸਕਦਾ, ਅਤੇ ਜਾਂ ਫਿਰ ਜਿਹੜੇ ਆਈਸੋਲੇਟਰ ਦੇ ਕੰਟੈਕਟ ਆ ਉਹ ਵੀ ਡੈਮੇਜ ਹੋ ਸਕਦੇ। ਇਸ ਕਰਕੇ ਕਦੀ ਵੀ ਆਈਸੋਲੇਟਰ ਨੂੰ ਆਪਾਂ ਔਨ ਲੋਡ ਨਹੀਂ ਜਿਹੜਾ ਆ ਆਪਰੇਟ ਕਰਨਾ, ਹਮੇਸ਼ਾ ਨੋ ਲੋਡ 'ਤੇ ਆਪਰੇਟ ਕਰਨਾ। ਯਾਨੀ ਕਿ ਜਦੋਂ ਸਾਰਾ ਮੇਰਾ ਲੋਡ ਜਿਹੜਾ ਆ ਸਿਸਟਮ ਦੇ ਵਿੱਚੋਂ ਰਿਮੂਵ ਹੋ ਚੁੱਕਾ ਆ, ਉਦੋਂ ਹੀ ਮੈਂ ਜਿਹੜਾ ਆਈਸੋਲੇਟਰ ਆ ਇਹਨੂੰ ਕਰਨਾ, ਯੂਜ਼ ਕਰਨਾ। ਸੋ ਇਹ ਹੁੰਦਾ ਆਈਸੋਲੇਟਰ। ਹੁੰਦਾ ਸਵਿਚ ਹੀ ਆ ਨੋਰਮਲ, ਮੋਟਰ ਦੇ ਨਾਲ ਆਪਰੇਟ ਵੀ ਹੋ ਸਕਦਾ ਅਤੇ ਆਪਣਾ ਮੈਨੂਅਲੀ ਆਪਰੇਟਡ ਵੀ ਹੋ ਸਕਦਾ ਸਵਿਚ ਇਹ। ਨੈਕਸਟ ਆ ਜਾਂਦਾ ਮੇਰੇ ਕੋਲ ਕਰੰਟ ਟਰਾਂਸਫਾਰਮਰ, ਜਾਂ ਫਿਰ CT ਵੀ ਕਹਿ ਦਿੰਦੇ ਹਾਂ। ਇਹਦੇ ਬਾਰੇ ਤੁਸੀਂ ਇਲੈਕਟ੍ਰੀਕਲ ਮੇਅਰਿੰਗ ਇੰਸਟਰੂਮੈਂਟ ਐਂਡ ਇੰਸਟਰੂਮੈਂਟੇਸ਼ਨ ਵਿੱਚ ਵੀ ਸਟੱਡੀ ਕੀਤਾ। CT ਇੱਕ ਸਟੈਪ ਅਪ ਟਰਾਂਸਫਾਰਮਰ ਹੁੰਦਾ। ਠੀਕ ਆ, ਯੂਜ਼ ਕਿਉਂ ਕਰਦੇ ਹਾਂ, ਜਿਹੜਾ ਆਪਣਾ ਹਾਈ ਕਰੰਟ ਹੁੰਦਾ ਨਾ ਉਹਨੂੰ ਮੇਅਰ ਕਰਨ 'ਚ ਹੈਲਪ ਕਰਦਾ। ਕਈ ਬੱਚੇ ਕਹਿੰਦੇ ਆ ਵੀ CT ਮੇਅਰ ਕਰਦਾ ਕਰੰਟ ਨੂੰ, ਬਟ CT ਕਦੀ ਵੀ ਕਰੰਟ ਨੂੰ ਮੇਅਰ ਨਹੀਂ ਕਰਦਾ। CT ਇੰਸਟਰੂਮੈਂਟ ਦੀ ਹੈਲਪ ਕਰਦਾ ਹਾਈ ਕਰੰਟ ਨੂੰ ਮੇਅਰ ਕਰਨ ਵਿੱਚ। ਠੀਕ ਆ, ਹੁਣ ਕਿਉਂਕਿ ਦੇਖੋ ਜੇ ਮੈਂ ਆਪਣੇ 11 kV ਦੇ ਵਿੱਚ ਕਰੰਟ ਨੂੰ ਮੇਅਰ ਕਰਨਾ, ਤਾਂ ਜੇ ਮੈਂ ਡਾਇਰੈਕਟ ਥੋੜ੍ਹਾ ਇੰਨਾ ਵੱਡਾ ਐਂਪੀਅਰ ਮੀਟਰ ਲਾ ਦੂੰਗਾ ਜਾ ਕੇ 11 kV 'ਤੇ ਵੀ, ਚਲੋ ਜੀ ਹੋ ਗਿਆ ਮੇਅਰ। ਸੋ ਉਹਦੇ ਵਾਸਤੇ ਕੀ ਆ, ਮੈਨੂੰ ਕਰੰਟ ਦੀ ਜਿਹੜੀ ਵੈਲਿਊ ਆ ਉਹਨਾਂ ਨੂੰ ਥੋੜ੍ਹਾ ਡਾਊਨ ਕਰਨਾ ਪੈਣਾ। ਠੀਕ ਆ, ਸੋ ਡਾਊਨ ਕਰਕੇ ਮੈਂ ਅੱਗੇ ਕੀ ਹੈ ਮੀਟਰ ਨੂੰ ਸਿਗਨਲ ਦਊਂਗਾ ਅਤੇ ਮੇਰੇ ਕੋਲ ਕੀ ਹੈ
ਜਿਹੜੀ ਆਪਣੀ ਰੀਡਿੰਗ ਹੈ ਰਿਕਾਰਡ ਹੋ ਜੂਗੀ। ਸਿਰਫ ਸਬਸਟੇਸ਼ਨ ਦੀ ਵੀ ਕਿਉਂ ਆਪਾਂ ਗੱਲ ਕਰਨੀ ਆ, ਜੇ ਆਪਾਂ ਐਗਜ਼ਾਮਪਲ ਲਈਏ ਨਾ ਕਿਸੇ ਵੱਡੀ ਇੰਡਸਟਰੀ ਦੀ, ਸੋ ਇੰਡਸਟਰੀ 'ਚ ਜਿਹੜਾ ਮੀਟਰ ਹੁੰਦਾ, ਹੁਣ ਦੇਖੋ ਇੰਡਸਟਰੀ ਦੇ ਵਿੱਚ ਵੀ ਲੋਡ ਬਹੁਤ ਜ਼ਿਆਦਾ ਹੁੰਦਾ, ਸੋ ਲੋਡ ਜ਼ਿਆਦਾ ਹੋਣ ਕਰਕੇ ਮੈਂ ਡਾਇਰੈਕਟ ਉੱਥੇ ਜੇ ਮੀਟਰ ਲਾ ਦੂੰਗਾ ਆਪਣਾ ਡਿਜੀਟਲ ਮੀਟਰ, ਤਾਂ ਜਿਹੜੇ ਡਿਜੀਟਲ ਇਕਵਿਪਮੈਂਟ ਹੁੰਦੇ ਆ ਜਾਂ ਇਲੈਕਟ੍ਰੋਨਿਕਸ ਦੇ ਇਕਵਿਪਮੈਂਟ ਹੁੰਦੇ ਆ ਉਹ ਤੁਹਾਨੂੰ ਪਤਾ ਹਮੇਸ਼ਾ ਘੱਟ ਵੋਲਟੇਜ 'ਤੇ ਕੰਮ ਕਰਦੇ ਆ। ਜੇ ਮੈਂ ਉਹਨਾਂ ਨੂੰ ਜ਼ਿਆਦਾ ਦਊਂਗਾ ਕਰੰਟ ਜਾਂ ਵੋਲਟੇਜ ਉਹ ਸੜ ਜਾਣੇ, ਇਸ ਕਰਕੇ ਉੱਥੇ ਵੀ ਆਪਾਂ ਕੀ ਆ CTPT ਮੀਟਰ ਯੂਜ਼ ਕਰਦੇ ਹਾਂ। ਯਾਦ ਰੱਖਿਓ ਹਾਈ ਵੋਲਟੇਜ ਜਦੋਂ ਇੰਡਸਟਰੀ ਦੇ ਵਿੱਚ ਮੋਸਟਲੀ ਮੀਟਰ ਜਦੋਂ ਲੋਡ ਮੋਸਟਲੀ 40 ਕਿਲੋਵਾਟ ਤੋਂ ਉੱਪਰ ਹੋ ਜਾਵੇ ਤਾਂ ਆਪਾਂ ਕੀ ਆ CT ਮੀਟਰ ਯੂਜ਼ ਕਰਦੇ ਹਾਂ। ਉਹਦੇ ਵਿੱਚ ਵੀ CT ਲੱਗਾ ਹੁੰਦਾ ਜਿਹੜਾ ਕੀ ਕਰਦਾ ਕਰੰਟ ਦੇ ਲੈਵਲ ਨੂੰ ਘਟਾ ਕੇ ਅੱਗੇ ਮੀਟਰ ਨੂੰ ਦਿੰਦਾ, ਅਤੇ ਮੀਟਰ ਕੀ ਹੁੰਦਾ ਉਹਨੂੰ ਆਰਾਮ ਨਾਲ ਨੋਟ ਕਰ ਲੈਂਦਾ, ਕੈਲੀਬਰੇਟ ਕੀਤਾ ਹੁੰਦਾ। ਸੋ ਸਿਮਿਲਰਲੀ CT ਜੇ ਆਪਾਂ ਸਬਸਟੇਸ਼ਨ ਦੀ ਗੱਲ ਕਰੀਏ ਤਾਂ ਸਬਸਟੇਸ਼ਨ ਦੇ ਉੱਪਰ CTs ਜਿਹੜੇ ਹੁੰਦੇ ਇਹਨਾਂ ਦਾ ਕੰਮ ਇਹੀ ਹੁੰਦਾ ਕਿ ਕਰੰਟ ਦੀ ਵੈਲਿਊ ਨੂੰ ਘਟਾ ਦੇਣਾ, ਵੋਲਟੇਜ ਨੂੰ ਵਧਾ ਕੇ, ਅਤੇ ਉਹ ਜਿਹੜਾ ਘਟਿਆ ਕਰੰਟ ਉਹਨੂੰ ਆਪਾਂ ਐਮੀਟਰ ਨੂੰ ਦੇ ਦੇਣਾ, ਅਤੇ ਐਮੀਟਰ ਨੇ ਆਪਾਂ ਨੂੰ ਰੀਡਿੰਗ ਦੱਸ ਦੇਣੀ ਕਿ ਇੰਨਾ ਕਰੰਟ ਮੇਰਾ ਸਰਕਟ ਦੇ ਵਿੱਚ ਚੱਲ ਰਿਹਾ। ਨੈਕਸਟ ਆ ਗਿਆ ਲਾਈਟਨਿੰਗ ਅਰੈਸਟਰ। ਸੋ ਲਾਈਟਨਿੰਗ ਅਰੈਸਟਰ ਜਿਹੜਾ ਇਹਨੂੰ ਆਪਾਂ ਅੱਗੇ ਜਾ ਕੇ ਡਿਟੇਲ ਦੇ ਵਿੱਚ ਸਟੱਡੀ ਕਰਨਾ ਵੀ ਆ ਪ੍ਰੋਟੈਕਟਿਵ ਡਿਵਾਈਸਿਸ 'ਚ, ਬਟ ਇਹਦੇ ਨਾਮ ਤੋਂ ਹੀ ਦੇਖੋ ਪਤਾ ਲੱਗਦਾ ਲਾਈਟਨਿੰਗ ਅਰੈਸਟਰ, ਯਾਨੀ ਕਿ ਲਾਈਟਨਿੰਗ ਨੂੰ ਅਰੈਸਟ ਕਰ ਲੈਣਾ, ਇਹਨੇ ਕੈਦ ਕਰ ਲੈਣਾ। ਸੋ ਤੁਹਾਨੂੰ ਪਤਾ ਜਿਹੜੀ ਲਾਈਟਨਿੰਗ ਹੁੰਦੀ ਆ ਹਮੇਸ਼ਾ ਸਭ ਤੋਂ ਉੱਚੀ ਜਗ੍ਹਾ 'ਤੇ ਸਟ੍ਰਾਈਕ ਕਰਦੀ ਆ, ਜਿਹੜੀ ਬਿਜਲੀ ਡਿੱਗਦੀ ਆ ਸਭ ਤੋਂ ਉੱਚੀ ਜਗ੍ਹਾ 'ਤੇ ਡਿੱਗਦੀ ਆ। ਸੋ ਇਸ ਕਰਕੇ ਜਿਹੜੀ ਲਾਈਟਨਿੰਗ ਅਰੈਸਟਰ ਵੀ ਹੁੰਦਾ ਨੇ ਇਹਨੂੰ ਹਮੇਸ਼ਾ ਆਪਾਂ ਸਭ ਤੋਂ ਉੱਚੀ ਜਗ੍ਹਾ ਦੇ ਉੱਪਰ ਲਾਉਂਦੇ ਹਾਂ, ਅਤੇ ਹਮੇਸ਼ਾ ਉਹ ਚੀਜ਼ ਦੇ ਨੇੜੇ ਲਾਉਂਦੇ ਜਿਹੜੀ ਸਭ ਤੋਂ ਵੱਧ ਕੋਸਟਲੀ ਜਾਂ ਸਭ ਤੋਂ ਵੱਧ ਇੰਪੋਰਟੈਂਟ ਹੋਵੇ ਸਬਸਟੇਸ਼ਨ 'ਤੇ। ਸੋ ਸਬਸਟੇਸ਼ਨ 'ਤੇ ਸਭ ਤੋਂ ਵੱਧ ਇੰਪੋਰਟੈਂਟ ਜਿਹੜਾ ਹੁੰਦਾ ਉਹ ਟਰਾਂਸਫਾਰਮਰ ਹੁੰਦਾ ਜਾਂ ਪਾਵਰ ਟਰਾਂਸਫਾਰਮਰ ਹੁੰਦਾ। ਸੋ ਲਾਈਟਨਿੰਗ ਅਰੈਸਟਰ ਨੂੰ ਸਬਸਟੇਸ਼ਨ 'ਤੇ ਹਮੇਸ਼ਾ ਆਪਾਂ ਕੀ ਕਰਦੇ ਹਾਂ, ਜਿਹੜਾ ਆਪਣਾ ਪਾਵਰ ਟਰਾਂਸਫਾਰਮਰ ਹੁੰਦਾ ਉਹਦੇ ਨੇੜੇ ਹੀ ਲਗਾਉਂਦੇ ਹਾਂ, ਯਾਦ ਰੱਖਿਓ। ਸੋ ਲਾਈਟਨਿੰਗ ਅਰੈਸਟਰ ਕੀ ਕਰਦਾ, ਜਦੋਂ ਵੀ ਬਿਜਲੀ ਡਿੱਗਦੀ ਆ ਸਿੱਧੀ ਲਾਈਟਨਿੰਗ ਅਰੈਸਟਰ 'ਤੇ ਡਿੱਗਦੀ ਆ। ਨੋਰਮਲੀ ਤਾਂ ਇਹ ਇੰਸੂਲੇਟਰ ਦੀ ਤਰ੍ਹਾਂ ਹੀ ਐਕਟ ਕਰਦਾ, ਨੋਰਮਲੀ ਇਹਦੇ ਵਿੱਚੋਂ ਕੋਈ ਵੀ ਕਰੰਟ ਪਾਸ ਨਹੀਂ ਹੋਣਾ ਨੋਰਮਲ ਕੰਡੀਸ਼ਨ 'ਚ। ਜਿੱਦਾਂ ਮੰਨ ਲਓ ਇਹਨੂੰ 66 kV ਵਾਲੀ ਸਾਈਡ 'ਤੇ ਲਾਇਆ ਤਾਂ 66 kV ਨੋਰਮਲ ਵੋਲਟੇਜ ਆ, ਉੱਤੇ ਇਹਨੂੰ ਕੋਈ ਇਫੈਕਟ ਨਹੀਂ ਪੈਣਾ, ਇਹਦੇ 'ਚ ਕੋਈ ਕਰੰਟ ਨਹੀਂ ਪਾਸ ਹੋਣਾ। ਬਟ ਜਦੋਂ 66 kV ਤੋਂ ਵੋਲਟੇਜ ਵੱਧ ਗਈ ਆ, ਯਾਨੀ ਕਿ ਲਾਈਟਨਿੰਗ ਪਈ, ਤਾਂ ਕਈ ਲੱਖ ਵੋਲਟ ਹੁੰਦੇ ਆ, ਅੱਜ ਤੱਕ ਆਪਾਂ ਕੈਲਕੂਲੇਟ ਵੀ ਨਹੀਂ ਕਰ ਸਕੇ ਵੀ ਕਿੰਨੇ ਵੋਲਟ ਹੁੰਦੇ ਐਕਚੁਅਲ 'ਚ ਲਾਈਟਨਿੰਗਸ। ਸੋ ਕਈ ਲੱਖ ਜਾਂ ਹਜ਼ਾਰ ਵੋਲਟਸ ਹੁੰਦੇ ਆ ਉਸ ਲਾਈਟਨਿੰਗ ਦੇ ਵਿੱਚ। ਸੋ ਲਾਈਟਨਿੰਗ ਜਿਹੜੀ ਆ ਹੁਣ ਕੀ ਆ, ਇੱਕ ਨੋਰਮਲ ਵੈਲਿਊ ਤੋਂ ਕਰੰਟ ਜਾਂ ਵੋਲਟੇਜ ਦੀ ਵੈਲਿਊ ਇਨਕਰੀਜ਼ ਹੋ ਗਈ ਆ, ਵੋਲਟੇਜ ਦੀ ਵੈਲਿਊ ਨੋਰਮਲ ਵੈਲਿਊ ਤੋਂ ਇਨਕਰੀਜ਼ ਹੋ ਗਈ ਆ। ਸੋ ਉਸ ਟਾਈਮ 'ਤੇ ਕੀ ਕਰਨਾ, ਜਿਹੜਾ ਲਾਈਟਨਿੰਗ ਅਰੈਸਟਰ ਆ ਇਹਨੇ ਐਜ਼ ਆ ਕੰਡਕਟਰ ਐਕਟ ਕਰਨਾ, ਅਤੇ ਜਿਹੜੀ ਲਾਈਟਨਿੰਗ ਆ ਉਹਨੂੰ ਸਿੱਧਾ ਕੀ ਕਰ ਦੇਣਾ, ਜ਼ਮੀਨ ਦੇ ਵਿੱਚ ਭੇਜ ਦੇਣਾ। ਜਿਹੜਾ ਲਾਈਟਨਿੰਗ ਅਰੈਸਟਰ ਹੁੰਦਾ ਇਹ ਹਮੇਸ਼ਾ ਲਾਈਨ ਅਤੇ ਅਰਥ ਦੇ ਵਿੱਚ ਕਨੈਕਟ ਹੁੰਦਾ, ਇਸ ਕਰਕੇ ਜਦੋਂ ਵੀ ਡਿੱਗਣੀ ਹੈ ਇੱਥੇ ਬਿਜਲੀ, ਇਹਨੇ ਦੂਸਰਾ ਸਿਰਾ ਕਿੱਥੇ ਕਨੈਕਟਡ ਆ, ਅਰਥ 'ਤੇ। ਸੋ ਇਹਨੇ ਜਿੰਨੀ ਵੀ ਆਪਣੀ ਇਲੈਕਟ੍ਰੀਸਿਟੀ ਆਈ ਆ ਉੱਪਰੋਂ ਲਾਈਟਨਿੰਗ ਦੇ ਥਰੂ ਉਹਨੂੰ ਸਿੱਧਾ ਅਰਥ 'ਚ ਭੇਜ ਦੇਣਾ। ਬਾਕੀ ਸਬ ਸਟੇਸ਼ਨ ਦੇ ਉੱਪਰ ਬੜਾ ਇੰਪੋਰਟੈਂਟ ਹੁੰਦੇ ਆ, ਤੁਸੀਂ ਕਿਤੇ ਸਬ ਸਟੇਸ਼ਨ ਦੇ ਅੰਦਰ ਜਾਓਗੇ ਨਾ ਉੱਥੇ ਲਾਈਟਨਿੰਗ ਅਰੈਸਟਰ ਲੱਗੇ ਹੋਣਗੇ, ਤੁਸੀਂ ਦੇਖਿਓ ਉੱਥੇ ਹਮੇਸ਼ਾ ਲਾਈਟਨਿੰਗ ਅਰੈਸਟਰ ਆਪਰੇਟ ਹੋਏ ਹੁੰਦੇ ਆ। ਐਕਚੁਅਲ 'ਚ ਇਹ ਲਾਈਟਨਿੰਗ ਅਰੈਸਟਰ ਵੱਡੇ ਜਿਹੜੇ ਹੁੰਦੇ ਨੇ ਉਹਨਾਂ 'ਚ ਕਾਊਂਟਰ ਲੱਗਾ ਹੁੰਦਾ, ਜਿੰਨੀ ਵਾਰ ਵੀ ਲਾਈਟਨਿੰਗ ਉੱਤੇ ਡਿੱਗਣੀ ਆ ਉਹ ਕਾਊਂਟਰ ਨੇ ਚੱਲਣਾ, ਜਿੰਨੀ ਵਾਰ ਲਾਈਟਨਿੰਗ ਡਿੱਗਣੀ ਆ ਉਹ ਕਾਊਂਟਰ ਨੇ ਅੱਗੇ ਸ਼ਿਫਟ ਹੋ ਜਾਣਾ। ਜਿੱਦਾਂ ਪਹਿਲਾਂ ਇੱਕ ਵਾਰ ਆਪਰੇਟ ਹੋਇਆ ਤਾਂ ਇੱਕ ਕਾਊਂਟ ਹੋਣਾ, 2 ਵਾਰ ਆਪਰੇਟ ਹੋਇਆ 2 ਕਾਊਂਟਰ। ਸੋ ਉੱਥੋਂ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਾਰ ਲਾਈਟਨਿੰਗ ਅਰੈਸਟਰ ਆਪਰੇਟ ਹੋਇਆ। ਸੋ ਮੰਨ ਲਓ ਜੇ ਉੱਥੇ ਲਾਈਟਨਿੰਗ ਅਰੈਸਟਰ ਨਾ ਹੁੰਦਾ ਤਾਂ ਜਿੰਨੇ ਵੀ ਆਪਣੀ ਜਿਹੜੀ ਇਲੈਕਟ੍ਰੀਸਿਟੀ ਸੀ ਸਿੱਧੀ ਵਾਇਰਸ ਦੇ ਉੱਤੇ ਡਿੱਗਣੀ ਸੀ, ਅਤੇ ਅੱਗੇ ਟਰਾਂਸਫਾਰਮਰ ਡੈਮੇਜ ਹੋ ਜਾਣਾ ਸੀ ਜਾਂ ਸਰਕਟ ਬ੍ਰੇਕਰ ਨੂੰ ਵੀ ਨੁਕਸਾਨ ਹੋ ਸਕਦਾ ਸੀ। ਨੈਕਸਟ ਆਉਂਦੇ ਇੰਸੂਲੇਟਰ। ਸੋ ਇੰਸੂਲੇਟਰ ਕੀ ਹੁੰਦੇ, ਜਿਹੜੇ ਇੰਸੂਲੇਟ ਕਰਦੇ ਆ। ਸੋ ਇਹ ਆਪਣੇ ਕਾਫੀ ਆਪਾਂ ਯੂਜ਼ ਕਰਦੇ ਹਾਂ ਇੰਸੂਲੇਟਰ, ਆਪਣੀ ਟਰਾਂਸਮਿਸ਼ਨ ਡਿਸਟਰੀਬਿਊਸ਼ਨ ਲਾਈਨ ਦੇ ਵਿੱਚ ਵੀ ਆਪਾਂ ਯੂਜ਼ ਕਰਦੇ ਹਾਂ, ਜਾਂ ਫਿਰ ਜਿਹੜੀ ਆਪਣੀ ਇਨਕਮਿੰਗ ਦੀ 66 kV ਦੀ ਸਪਲਾਈ ਹੁੰਦੀ, ਮਤਲਬ ਹਰ ਪੋਲ ਦੇ ਉੱਪਰ ਆਪਾਂ ਇੰਸੂਲੇਟਰ ਲਾਉਣਾ ਹੀ ਹੁੰਦਾ, ਕਿਉਂਕਿ ਪੋਲ ਜਿਹੜੇ ਹੁੰਦੇ ਇੱਕ ਤਰ੍ਹਾਂ ਕੰਡਕਟਰ ਦੀ ਤਰ੍ਹਾਂ ਐਕਟ ਕਰਦੇ ਆ। ਸੋ ਜਿਹੜੀਆਂ ਵਾਇਰਸ ਹੁੰਦੀਆਂ ਨੇ ਉਹਨੂੰ ਆਪਾਂ ਪੋਲ ਤੋਂ ਦੂਰ ਕਰਨਾ ਹੁੰਦਾ। ਸੋ ਜੇ ਆਪਾਂ ਪੋਲ ਤੋਂ ਦੂਰ ਕਿੱਦਾਂ ਕਰਾਂਗੇ, ਉਹਨੂੰ ਪੋਲ ਤੋਂ ਦੂਰ ਆਪਾਂ ਇੰਸੂਲੇਟਰ ਲਗਾ ਕੇ ਕਰਦੇ ਹਾਂ। ਜਾਂ ਫਿਰ ਆਪਣਾ ਜੇ ਆਪਾਂ ਇਨਕਮਿੰਗ ਅਤੇ ਆਊਟਗੋਇੰਗ ਦੀ ਗੱਲ ਕਰੀਏ, ਆਪਣੇ ਜਿਹੜੇ ਹੁੰਦੇ ਆ ਟਰਾਂਸਫਾਰਮਰ, ਇਹਨਾਂ ਦੀ ਇਨਕਮਿੰਗ ਅਤੇ ਆਊਟਗੋਇੰਗ ਦੇ ਉੱਪਰ ਵੀ ਆਪਾਂ ਇੰਸੂਲੇਟਰ ਲਾਏ ਹੁੰਦੇ, ਤਾਂ ਕਿ ਇਨਕਮਿੰਗ ਕਿਸੇ ਵੀ ਤਰ੍ਹਾਂ ਬੋਡੀ ਦੇ ਨਾਲ ਨਾ ਟੱਚ ਕਰਕੇ, ਨਾ ਹੀ ਆਊਟਗੋਇੰਗ ਬੋਡੀ ਨਾਲ ਟੱਚ ਕਰੇ। ਨੈਕਸਟ ਆਉਂਦੇ ਵੇਵ ਟਰੈਪ। ਸੋ ਵੇਵ ਟਰੈਪ ਜਿਹੜੇ ਹੁੰਦੇ ਆ ਨਾ, ਪਹਿਲਾਂ ਵੀ ਹੁਣ ਵੀ ਵੈਸੇ ਤਾਂ ਯੂਜ਼ ਕਰਦੇ ਆ, ਪਹਿਲਾਂ ਕਾਫੀ ਜ਼ਿਆਦਾ ਯੂਜ਼ ਕਰਦੇ ਹੁੰਦੇ ਸੀ। ਵੇਵ ਟਰੈਪ ਜਿਹੜੇ ਹੁੰਦੇ ਆ ਨਾ, ਇਹ ਇੱਕ ਸਬਸਟੇਸ਼ਨ ਤੋਂ ਦੂਜੇ ਸਬਸਟੇਸ਼ਨ 'ਚ ਕਮਿਊਨੀਕੇਸ਼ਨ ਬਣਾਉਣ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਇੱਕ ਸਬਸਟੇਸ਼ਨ ਤੋਂ ਦੂਸਰੇ ਸਬਸਟੇਸ਼ਨ 'ਤੇ ਆਪਾਂ ਜਦੋਂ ਕਮਿਊਨੀਕੇਸ਼ਨ ਬਣਾਉਣੀ ਹੋਵੇ ਉਦੋਂ ਆਪਾਂ ਜਿਹੜਾ ਹੁੰਦਾ ਯੂਜ਼ ਕਰਦੇ ਹਾਂ ਇਹਨੂੰ, ਵੇਵ ਟਰੈਪ ਨੂੰ। ਨੈਕਸਟ ਹੁੰਦਾ CVT ਕੌਂਸਟੈਂਟ ਵੋਲਟੇਜ ਟਰਾਂਸਫਾਰਮਰ। ਸੋ ਨਾਮ 'ਤੇ ਪਤਾ ਲੱਗਦਾ ਇਹਦਾ ਕੰਮ ਹੁੰਦਾ ਵੋਲਟੇਜ ਨੂੰ ਕੀ ਹੈ ਕੌਂਸਟੈਂਟ ਰੱਖਣਾ। ਉਹਦੇ ਵਾਸਤੇ ਆਪਾਂ ਬੂਸਟਰ ਟਰਾਂਸਫਾਰਮਰ ਜਾਂ ਇਹਨੂੰ ਕਹਿ ਦਿੰਦੇ ਹਾਂ, ਬੂਸਟਰ ਟਰਾਂਸਫਾਰਮਰ ਕਹਿ ਦਿੰਦੇ ਹਾਂ, ਕੌਂਸਟੈਂਟ ਵੋਲਟੇਜ ਟਰਾਂਸਫਾਰਮਰ ਇਹਦਾ ਨਾਮ ਹੁੰਦਾ। ਸੋ ਇਹ ਅੱਜ ਦੇ ਆਪਣੇ ਸਾਰੇ ਜਿਹੜੇ ਟੌਪਿਕ ਸੀਗੇ ਸਟੱਡੀ ਕੀਤੇ ਆ ਆਪਾਂ, ਸਬ ਸਟੇਸ਼ਨ ਦੇ ਬਾਰੇ ਪੜ੍ਹਿਆ। ਸੋ ਇੰਡੋਰ ਸਬ ਸਟੇਸ਼ਨ ਤੁਹਾਨੂੰ ਮੈਂ ਕਰਵਾਇਆ ਪਹਿਲਾਂ ਵੀ, ਇੰਡੋਰ ਜਿੰਨੀ ਵੀ ਅਸੈਂਬਲੀ ਇੰਡੋਰ ਲੱਗੀ ਹੋਵੇ ਉਹ ਇੰਡੋਰ ਹੀ ਹੁੰਦੀ ਹੈ। ਤੁਸੀਂ ਜਿਹੜਾ ਇਹਨੂੰ ਸਟੱਡੀ ਕਰ ਲਿਓ ਦੁਬਾਰਾ ਇੱਕ ਵਾਰ, ਜੇ ਨਾ ਸਮਝ ਲੱਗਾ ਤਾਂ ਦੱਸ ਦਿਓ, ਤੁਹਾਨੂੰ ਫਿਰ ਇੱਕ ਵਾਰ ਦੁਬਾਰਾ ਕਰਵਾ ਦੂੰਗਾ। ਇਹ ਪਾਵਰ 1 ਦੇ ਵਿੱਚ ਇਹ ਪੜ੍ਹਿਆ ਹੋਇਆ। ਪਾਵਰ 1 ਤੋਂ ਇਲਾਵਾ ਇਹ ਐਸਟੀਮੇਟਿੰਗ ਐਂਡ ਕੋਸਟਿੰਗ ਦੇ ਵਿੱਚ ਵੀ ਸਟੱਡੀ ਕੀਤਾ ਹੋਣਾ ਤੁਸੀਂ,
ਐਸਟੀਮੇਟਿੰਗ ਕਾਸਟਿੰਗ ਵਿੱਚ ਵੀ। ਦੈਨ ਆਪਾਂ ਅੱਜ ਜਿਹੜੇ ਸਟੱਡੀ ਕੀਤੇ ਉਹ ਪੋਲ ਮਾਊਂਟਡ ਸਬਸਟੇਸ਼ਨ ਅਤੇ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ ਸੀਗੇ। ਬਹੁਤ ਹੀ ਸਿੰਪਲ ਜਿਹਾ ਇਹ, ਤੁਸੀਂ ਆਪਣੇ ਏਰੀਏ ਦੇ ਵਿੱਚ ਵੀ ਕਿਤੇ ਜਾ ਕੇ ਟਰਾਂਸਫਾਰਮਰ ਦੇਖ ਸਕਦੇ। ਸੇਮ ਇਹੀ ਚੀਜ਼ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗੀ ਪੋਲ ਮਾਊਂਟਡ ਸਬਸਟੇਸ਼ਨ। ਜੇ ਫਿਰ ਵੀ ਨਾ ਪਤਾ ਲੱਗਾ ਕਿਸੇ ਦਿਨ ਕਾਲਜ ਆ ਜਾਓ, ਆਪਣੇ ਕਾਲਜ ਹੈਗਾ, ਤੁਹਾਨੂੰ ਡਿਟੇਲ ਦੇ ਵਿੱਚ ਸਟੱਡੀ ਕਰਾ ਦਾਂਗੇ। ਵੈਸੇ ਤਾਂ ਪਹਿਲਾਂ ਕਰਾਇਆ ਵੀ ਹੋਇਆ, ਵਰਕਸ਼ਾਪ ਦੇ ਵਿੱਚ ਵੀ ਕਰਵਾਇਆ, ਅਤੇ ਆਪਣਾ ਐਸਟੀਮੇਟਿੰਗ ਕਾਸਟਿੰਗ ਤੁਹਾਨੂੰ ਪੜ੍ਹਾਇਆ ਸੀ, ਉਹਦੇ ਵਿੱਚ ਵੀ ਕਰਵਾਇਆ ਹੋਇਆ ਆ, ਠੀਕ ਹੈ, ਪ੍ਰੈਕਟੀਕਲ ਕਰਵਾਇਆ। ਬਟ ਫਿਰ ਵੀ ਜੇ ਦੁਬਾਰਾ ਵੀ ਕਰਨਾ ਤਾਂ ਤੁਸੀਂ ਕੋਈ ਗੱਲ ਨਹੀਂ, ਆ ਜਾਓ, ਤੁਹਾਨੂੰ ਦੁਬਾਰਾ ਵੀ ਕਰਵਾ ਦੇਵਾਂਗੇ। ਤੋ ਸਿੰਗਲ ਲਾਈਨ ਡਾਇਗਰਾਮ ਹੈ ਇਹਦਾ, ਇਹ ਡਰਾਅ ਕਰ ਲਿਓ, ਜੇ ਐਗਜ਼ਾਮ 'ਚ ਕੁਐਸਚਨ ਹੁੰਦਾ ਸਿੰਗਲ ਲਾਈਨ ਡਾਇਗਰਾਮ ਦਾ ਵੀ ਆ ਸਕਦਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਕੱਲਾ ਪਾਰਟ ਇਹਦਾ ਕੀ ਕੰਮ ਹੁੰਦਾ, ਇਕੱਲੇ ਪਾਰਟ ਦਾ, LA ਤੋਂ ਲੈ ਕੇ ਅਤੇ ਆਪਣੇ LTO OCB ਤੱਕ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਅਤੇ ਬਾਕੀ ਬੇਸਿਕ ਚੀਜ਼ਾਂ ਵੀ ਆ, ਦੇਖੋ ਤੁਹਾਨੂੰ ਇਹ ਬੇਸਿਕ ਚੀਜ਼ਾਂ ਇਹਨਾਂ ਬਾਰੇ ਨੌਲੇਜ ਹੋਣੀ ਚਾਹੀਦੀ ਆ। ਜਿੱਦਾਂ ਟਰਾਂਸਫਾਰਮਰ ਆ, ਮੰਨ ਲਓ ਐਮਰਜੈਂਸੀ ਆ, ਕੋਈ ਵੀ ਕਿਸੇ ਨੂੰ ਮੰਨ ਲਓ ਅੱਗੇ ਕਿ ਸ਼ੌਕ ਲੱਗ ਗਿਆ ਜਾਂ ਕੁਛ ਵੀ ਆ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਟਰਾਂਸਫਾਰਮਰ ਜਿਹੜਾ ਉਹਨੂੰ ਕਿੱਥੋਂ ਕੱਟ ਕੇ ਜਿਹੜਾ ਅੱਗੇ ਦੀ ਸਪਲਾਈ ਬੰਦ ਕਰਨੀ ਆ, ਤਾਂ ਕਿ ਅੱਗੇ ਨੁਕਸਾਨ ਘੱਟ ਤੋਂ ਘੱਟ ਹੋਵੇ। ਜਿੱਦਾਂ ਮੰਨ ਲਓ ਤੁਹਾਡੇ ਏਰੀਏ 'ਚ ਕੋਈ ਤਾਰ ਹੀ ਮੰਨ ਲਓ ਟੁੱਟ ਕੇ ਡਿੱਗ ਗਈ ਆ, ਠੀਕ ਆ, ਉਹ ਕਿਸੇ ਤਰ੍ਹਾਂ ਦਾ ਨੁਕਸਾਨ ਕਰ ਸਕਦੀ ਆ, ਜਾਂ ਕੋਈ ਪਰਸਨ ਜਿਹੜਾ ਇਹਨਾਂ ਲਾਈਨ ਦੇ ਇਨ ਟੱਚ ਆ ਗਿਆ, ਤੁਹਾਨੂੰ ਪਤਾ ਹੋਊਗਾ ਕਿ ਇਹਨੂੰ ਕਿੱਥੋਂ ਬੰਦ ਕਰਨਾ, ਤਾਂ ਹੀ ਤੁਸੀਂ ਉਹ ਪਰਸਨ ਨੂੰ ਬਚਾ ਸਕਦੇ ਹੋ। ਸੋ ਇਸ ਕਰਕੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਇੱਕ ਥੱਲੇ ਹੈਂਡਲ ਹੁੰਦਾ, ਉਹਨੂੰ ਮੈਂ ਓਪਨ ਕਰੂੰਗਾ ਤਾਂ ਜੀਓ ਸਵਿਚ ਜਿਹੜਾ ਇਹ ਥੱਲੇ ਆ ਜਾਣਾ, ਅਤੇ ਅੱਗੇ ਜਿਹੜੀ ਸਪਲਾਈ ਆ ਬੰਦ ਹੋਣੀ। ਅੱਗੇ ਸਪਲਾਈ ਬੰਦ ਹੋ ਗਈ ਤਾਂ ਆਪਣੇ ਆਪ ਕੀ ਹੈ, ਜੇ ਕੋਈ ਪਰਸਨ ਜਿਹੜਾ ਹੈਗਾ ਆ ਨਾਲ ਅਟੈਚ ਆ ਵਾਇਰ ਦੇ, ਕਿਸੇ ਤਰ੍ਹਾਂ ਉਹਨੂੰ ਕਰੰਟ ਲੱਗ ਰਿਹਾ ਤਾਂ ਉਹ ਬਚ ਜੂਗਾ। ਜੇ ਵਾਇਰ ਥੱਲੇ ਵੀ ਡਿੱਗੀ ਆ ਤਾਂ ਐਟਲੀਸਟ ਖਤਰੇ ਤੋਂ ਬਾਹਰ ਆ ਜਾਊਗਾ ਪਰਸਨ, ਠੀਕ ਆ। ਵੈਸੇ ਤਾਂ ਐਵੇਂ ਬਿਨਾਂ ਵਜ੍ਹਾ ਪੰਗੇ ਨਹੀਂ ਲੈਣੇ ਚਾਹੀਦੇ ਇਹਨਾਂ ਚੀਜ਼ਾਂ ਨਾਲ, ਕਿਉਂਕਿ ਬਿਜਲੀ ਕਿਸੇ ਦੀ ਮਿੱਤ ਨਹੀਂ ਹੁੰਦੀ। ਬਟ ਫਿਰ ਵੀ ਜੇ ਕਿਤੇ ਲੋੜ ਪੈਂਦੀ ਆ ਆਪਾਂ ਨੂੰ, ਤਾਂ ਆਪਾਂ ਇੱਥੋਂ ਕੀ ਆ, ਟਰਾਂਸਫਾਰਮਰ ਨੂੰ ਕੱਟ ਕੇ ਅਤੇ ਅੱਗੇ ਜਿਹੜਾ ਸਪਲਾਈ ਨੂੰ ਬੰਦ ਕਰ ਸਕਦੇ ਹਾਂ, ਠੀਕ ਹੈ। ਸੋ ਇਹ ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਹਾਨੂੰ ਪਤਾ ਹੋਣੀ ਚਾਹੀਦੀ, ਕਿਉਂਕਿ ਦੇਖੋ ਇਹ ਚੀਜ਼ ਦੇ ਨਾਲ, ਇਹ ਚੀਜ਼ ਤੁਹਾਡੀ ਸਾਰਿਆਂ ਦੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ। ਚਾਹੇ ਕੋਈ ਇਲੈਕਟ੍ਰੀਕਲ ਇੰਜੀਨੀਅਰ ਹੈਗਾ ਆ ਜਾਂ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਵੀ ਹੈਗਾ, ਕੋਈ ਨੋਰਮਲ ਪਰਸਨ ਵੀ ਆ, ਉਹਦੀ ਲਾਈਫ ਨਾਲ ਵੀ ਇਹ ਜਿਹੜੀ ਚੀਜ਼ ਆ ਨਾ, ਉਹ ਹਮੇਸ਼ਾ ਡੀਲ ਕਰਦਾ ਹੀ ਕਰਦਾ ਇਸ ਚੀਜ਼ ਦੇ ਨਾਲ। ਉਹਨੇ ਹਮੇਸ਼ਾ ਦੇਖਣਾ ਵੀ ਆ ਇਹਨੂੰ, ਉਹਦੇ ਨੇੜੇ ਹੋਣਗੀਆਂ ਵੀ, ਕਈਆਂ ਦੇ ਘਰ ਦੇ ਬਾਹਰ ਵੀ ਲੱਗੇ ਹੋਣਗੇ। ਸੋ ਤੁਹਾਨੂੰ ਇਹਦਾ ਬੇਸਿਕ ਜਿਹੜਾ ਫੰਡਾ ਨਾ ਉਹ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ ਨੂੰ ਕਿੱਦਾਂ ਜਿਹੜੀ ਹੈ ਇਹ ਕੰਮ ਕਰਦੀ ਹੈ, ਠੀਕ ਹੈ। ਬੇਸਿਕ ਨੌਲੇਜ ਜਿਹੜੀ ਹੈ ਇਸ ਚੀਜ਼ ਦੀ ਹਰ ਬੰਦੇ ਨੂੰ ਹੋਣੀ ਚਾਹੀਦੀ ਹੈ, ਕਿਤੇ ਵੀ ਇਹਦੀ ਲੋੜ ਪੈ ਸਕਦੀ ਹੈ। ਬਾਕੀ ਫਾਊਂਡੇਸ਼ਨ ਮਾਊਂਟਡ ਅਤੇ ਪੋਲ ਮਾਊਂਟਡ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਕਿ ਬਹੁਤਾ ਫਰਕ ਨਹੀਂ ਹੁੰਦਾ। ਪੋਲ ਮਾਊਂਟਡ ਜਿਹੜਾ ਪੋਲ 'ਤੇ ਲੱਗ ਗਿਆ ਪੋਲ ਮਾਊਂਟਡ, ਜਿਹੜਾ ਫਾਊਂਡੇਸ਼ਨ ਬਣਾ ਕੇ ਲਾਤਾ ਉਹ ਫਾਊਂਡੇਸ਼ਨ ਮਾਊਂਟਡ ਹੋ ਗਿਆ। ਬਾਕੀ ਪਾਰਟਸ ਵਗੈਰਾ ਵੀ ਆਪਾਂ ਇਹਦੇ ਸਾਰੇ ਸਟੱਡੀ ਕਰ ਲਏ ਹੋਏ ਆ ਡਿਟੇਲ 'ਚ। ਪਹਿਲਾਂ ਵੈਸੇ ਇਕੱਲਾ ਪਾਰਟ ਜਿਹੜਾ ਆਪਾਂ ਸਾਰਾ ਹੀ ਡਿਟੇਲ ਦੇ ਵਿੱਚ ਜਿਹੜਾ ਸਟੱਡੀ ਕੀਤਾ ਹੋਇਆ ਜਦੋਂ ਆਪਣੀਆਂ ਆਫਲਾਈਨ ਕਲਾਸਿਸ ਲੱਗਦੀਆਂ ਪਈਆਂ ਸੀਗੀਆਂ। ਸੋ ਇਹ ਇਸ ਕਰਕੇ ਆਪਾਂ ਜਿਹੜਾ ਇਸ ਕਰਕੇ ਇਹਦੀ ਇੰਟਰੋਡਕਸ਼ਨ ਹੀ ਪੜ੍ਹੀ ਆ। ਬਟ ਜੇ ਤੁਹਾਨੂੰ ਆ ਵੀ ਜਾਂਦਾ ਤੁਸੀਂ ਈਜ਼ੀਲੀ ਕਰ ਸਕਦੇ ਆ, ਕੋਈ ਇਹਦੇ ਵਿੱਚ ਜਿਹੜੀ ਔਖੀ ਗੱਲ ਨਹੀਂ ਹੈਗੀ। ਸੋ ਇਹ ਆਪਣਾ ਅੱਜ ਦਾ ਟੌਪਿਕ ਸੀਗਾ। ਨੈਕਸਟ ਟਾਈਮ ਆਪਾਂ ਤੁਹਾਨੂੰ MCB ਦੇ ਬਾਰੇ ਦੱਸਾਂਗੇ ਕਿ ਵੀ MCB ਜਿਹੜਾ ਹੁੰਦਾ ਨਾ, ਮਿਨੀਏਚਰ ਸਰਕਟ ਬ੍ਰੇਕਰ, ਉਹਦੇ ਵਿੱਚ ਕਿਹੜੇ ਪਾਰਟਸ ਹੁੰਦੇ ਆ, ਉਹ ਹਰ ਪਾਰਟ ਦਾ ਕੀ ਕੰਮ ਹੁੰਦਾ ਆ, ਕਿੱਦਾਂ ਓਵਰਲੋਡ ਦੇ ਉੱਪਰ ਜਿਹੜਾ ਆਪਣਾ MCB ਹੁੰਦਾ ਉਹ ਸੈਂਟਰ ਦੇ ਵਿੱਚ ਆ ਜਾਂਦਾ ਅਤੇ ਸ਼ਾਰਟ ਸਰਕਟ 'ਚ ਪੂਰਾ ਥੱਲੇ ਡਿੱਗ ਜਾਂਦਾ। ਇਹ ਚੀਜ਼ ਤੁਸੀਂ ਨੋਟਿਸ ਕਰਿਓ ਕਦੀ ਵੀ, ਜੇ ਤੁਹਾਡਾ MCB ਕਦੀ ਵੀ ਓਵਰਲੋਡ 'ਤੇ ਬੰਦ ਹੋਊਗਾ ਨਾ ਤਾਂ ਉਹਦੀ ਨੌਬ ਹਮੇਸ਼ਾ ਸੈਂਟਰ ਦੇ ਵਿੱਚ ਰਹਿ ਜਾਊਗੀ। ਜੇ ਸ਼ਾਰਟ ਸਰਕਟ 'ਤੇ ਬੰਦ ਹੋਊਗਾ ਤਾਂ ਨੌਬ ਪੂਰੀ ਥੱਲੇ ਆਊਗੀ। ਸੋ ਕਿਉਂ ਹੁੰਦਾ, ਕਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਵਿੱਚ, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਅੱਜ ਵਾਸਤੇ ਆਪਣਾ ਇੰਨਾ ਸੀ ਟੌਪਿਕ। ਥੈਂਕ ਯੂ।